ਜਿਹੜੀ ਪਾਰਟੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਵਨ ਲਾਰਜੈਸਟ ਪਾਰਟੀ ਹੋਣ ਦਾ ਕਲੇਮ ਕਰਦੀ ਹੈ, ਉਹ ਪਾਰਟੀ ਆਪਣੇ ਪਾਰਟੀ ਸਿੰਬਲ ਜਾਂ ਪਾਰਟੀ ਦੇ ਨਾਂ ਤੇ ਚੋਣ ਨਾ ਲੜ ਕੇ ਹਰ ਜਗ੍ਹਾ ਤੇ ਮੋਦੀ ਦੇ ਨਾਮ ਤੇ ਚੋਣ ਕਿਉਂ ਲੜਦੀ ਹੈ? सबका साथ सबका विकास। ਉਹ ਤਰੱਕੀ ਨੂੰ ਕਿਸ ਪੈਮਾਨੇ ਤੇ ਮਿਣ ਕੇ ਉਹ ਲੋਕਾਂ ਦੇ ਵਿੱਚ ਦੱਸੋਗੇ, ਕਿਵੇਂ ਉਹਨਾਂ ਨੂੰ ਐਲੈਬੋਰੇਟ ਕਰੋਗੇ? ਅੱਜ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਉਹ ਸਿਧਾਂਤਾਂ ਦੀ, ਸੰਵਿਧਾਨ ਦੀ ਲੜਾਈ ਹੈ। ਤੁਹਾਨੂੰ ਇਸ ਧੜੇ ਤੇ ਵਿਸ਼ਵਾਸ ਹੀ ਨਹੀਂ ਹੈਗਾ? ਤੁਹਾਨੂੰ ਇਹ ਵੀ ਕੋਈ ਹੋਰ ਵੀ ਸਰਕਾਰ ਆ ਸਕਦੀ ਹੈ? ਇੰਨੇ ਬੰਦੇ 15 ਪਾਰਟੀਆਂ 32 ਲੀਡਰ ਇਕੱਠੇ ਹੋ ਕੇ ਵੀ ਨਹੀਂ ਸਰਕਾਰ ਬਣਾ ਸਕਦੇ। ਜਦੋਂ ਇਹਨਾਂ ਦੇ ਸਪੋਕਸਪਰਸਨ ਨੂੰ ਪਤਾ ਹੀ ਨਹੀਂ ਕਿ ਪੰਜਾਬ ਨੇ ਆਰਡੀਐਫ ਤੇ ਕੀ ਸਟੈਂਡ ਲਿਆ ਹੈ, ਪੰਜਾਬ ਨੇ ਬੀਬੀਐਫ ਤੇ ਕੀ ਸਟੈਂਡ ਲਿਆ ਹੈ, ਤੇ ਫਿਰ ਇਹਦੇ ਚ ਲੈਕ ਆਫ ਨੌਲੇਜ ਜੋ ਹੈ ਨਾ, ਉਹਦੇ ਚ ਸਾਡਾ ਕਸੂਰ ਨਹੀਂ ਹੈ। ਥਨ ਸਾਹਿਬ, ਡਰ ਕਿੰਨਾ ਕੁ ਹੈ, ਚਿੰਤਾ ਕਿੰਨੀ ਕੁ ਹੈ ਭਾਜਪਾ ਨੂੰ? ਹਾਲਾਂਕਿ 2014 ਦੇ ਮੁਕਾਬਲੇ 19 ਚ ਰਿਜ਼ਲਟ ਜ਼ਰੂਰ ਵਧੀਆ ਸੀ, ਪਰ ਉਸ ਤੋਂ ਬਾਅਦ ਜੇਕਰ ਸੂਬਾਈ ਪੱਧਰ ਦੇ ਉੱਤੇ ਦੇਖਦੇ ਹਾਂ, ਲਗਾਤਾਰ ਖੋਰਾ ਹੀ ਲੱਗ ਰਿਹਾ, ਭਗਵਾ ਰੰਗ ਜਿਹੜਾ ਹੈ ਉਹ ਦੂਰ ਹੁੰਦਾ ਜਾ ਰਿਹਾ, ਉਹਦਾ ਛਾਇਆ ਘਟਦਾ ਜਾ ਰਿਹਾ। ਇਹ ਕਹਿੰਦੇ ਸੀ ਕਿਸਾਨਾਂ ਦੀ ਇਨਕਮ ਡਬਲ ਕਰਾਂਗੇ 2022 ਤੱਕ। ਡਬਲ ਕਰਨੀ ਤਾਂ ਦੂਰ ਦੀ ਗੱਲ, ਉਸ ਨੂੰ ਵੀ ਫਲੈਸ਼ ਕਰਕੇ ਸੁਸਾਈਡ ਨਹੀਂ ਵਧਗੇ। ਤੇ ਆਮ ਆਦਮੀ ਪਾਰਟੀ ਦਾ ਕੱਲ ਉਸ ਮੀਟਿੰਗ ਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਨਹੀਂ ਕਹਿਣ ਤੋਂ ਭਾਵ ਵੀ ਫਿਰ ਅੱਗੇ ਨਹੀਂ ਇਕੱਠੇ ਹੋ ਰਹੇ, ਜਿਸ ਤਰੀਕੇ ਦੀ ਬਿਆਨਬਾਜ਼ੀ ਪਿਛਲੇ 16 ਘੰਟੇ ਤੋਂ ਆ ਰਹੀ ਹੈ, ਮਤਲਬ ਲੱਗਦਾ ਨਹੀਂ ਵੀ ਬਹੁਤ ਚਿਰ ਇਕੱਠੇ ਰਹੋਗੇ। ਕੀ ਤੁਹਾਡੇ ਦਿਮਾਗ 'ਚ ਪਲਾਨ ਚੱਲ ਰਿਹਾ? ਕੀ ਤੁਹਾਡੇ ਦਿਮਾਗ 'ਚ ਚਾਲਾਂ ਚੱਲ ਰਹੀਆਂ? ਦੱਸੋ ਡਰਦੇ ਕਿਉਂ ਨਹੀਂ ਆਰਡੀਨੈਂਸ ਦਾ ਸਾਥ ਦੇ ਰਹੇ? ਤੁਸੀਂ ਦੱਸੋ ਜਮਹੂਰੀਅਤ ਦੇ ਹੱਕ ਦੇ ਵਿੱਚੋਂ ਕਿ ਨਹੀਂ ਹੋ? ਜਨਤਾ ਪਾਰਟੀ ਨਾ ਇੱਕ ਗੱਲ ਸਮਝ ਲੈ ਕਿ ਜਿਹੜਾ ਤੁਸੀਂ ਹਾਊਸ ਆਫ ਕਾਰਡਸ ਖੜਾ ਕੀਤਾ ਸੀਗਾ ਝੂਠ ਦੇ ਬੇਸਿਸ ਤੇ, ਫਰੇਬ ਦੇ ਬੇਸਿਸ ਤੇ, ਧੋਖੇਧੜੀ ਦੇ ਬੇਸਿਸ ਤੇ, ਝੂਠੇ ਵਾਅਦੇ ਦੇ ਬੇਸਿਸ ਤੇ, ਉਹ ਟੁੱਟਣਾ ਸ਼ੁਰੂ ਹੋ ਚੁੱਕਿਆ ਹੈ। ਅੱਜ ਇੱਕ ਗੱਲ ਸਪਸ਼ਟ ਹੋ ਗਈ ਤੁਹਾਡੇ ਕੋਲ ਕਿ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਸਾਡੇ ਤੇ ਦੋਸ਼ ਲਾਉਂਦੀ ਸੀ, ਸਾਨੂੰ ਅਕਿਊਜ਼ ਕਰਦੀ ਸੀ ਬਹੁਤ ਚੀਜ਼ਾਂ। ਅੱਜ ਸਾਡੇ ਤੋਂ ਸਮਰਥਨ ਮੰਗਣਾ ਪੈ ਰਿਹਾ ਨਾ। ਤੁਹਾਡੇ ਤੋਂ ਸਮਰਥਨ ਨਹੀਂ ਹੈ ਸਰ, ਸਾਨੂੰ ਸੱਦਾ ਆਇਆ ਉੱਥੇ। ਇੱਕ ਮਿੰਟ, ਭਾਰਤ ਜੋੜੋ ਦੀ ਜਿਹੜੀ ਯਾਤਰਾ ਹੈ ਰਾਹੁਲ ਗਾਂਧੀ ਜੀ ਦੀ, ਹੁਣ ਤੁਸੀਂ ਵੀਡੀਓ ਵੀ ਚਲਾਈ ਹੈ, ਉਹ ਕਹਿੰਦੇ ਵਿਚਾਰਧਾਰਾ ਦੀ ਲੜਾਈ ਹੈ, ਵਿਚਾਰਧਾਰਾ ਦੀ, ਇਹ ਪਰਸਨਲ ਲੜਾਈਆਂ ਨਹੀਂ ਹੈ। एक गल बड़ी इस मीटिंग में स्पष्ट आई है, पटना साहब जी मीटिंग हुई है कि चाहे ममता बनर्जी हों, चाहे उद्धव जी हों, चाहे अखिलेश यादव जी हों, चाहे होर कई लीडर हों, जिन्होंने साफ तौर पर कहा कि अगर हुण भी भाजपा नूं नहीं हरा सके तो असीं कदी नहीं जितांगे बाद विच। जिस दा भाव साफ है कि उन्होंने इन्ना पता है कि आने वाले समय दे विच उन्हां दी जित नहीं हो रही। मोदी जी साफ तौर पर क्लीन स्वीप ते दोबारा पीएम बन रहे हैं। ਸਤਿ ਸ਼੍ਰੀ ਅਕਾਲ, ਦੀ ਸਪੋਕਸਮੈਨ ਡਿਬੇਟ 'ਚ ਸਾਰਿਆਂ ਦਾ ਸਵਾਗਤ ਹੈ। ਅੱਜ ਗੱਲ ਕਰਾਂਗੇ ਮੁਲਕ ਦੀ ਸੱਤਾਧਾਰੀ ਜਮਾਤ ਖਿਲਾਫ ਲਾਮਬੰਦ ਹੋਈਆਂ तमाम ਸਿਆਸੀ ਜਮਾਤਾਂ ਜਿਹੜੀਆਂ ਕਿ 2024 ਲਈ ਇੱਕ ਸਾਂਝੇ ਪਲੇਟਫਾਰਮ ਦੇ ਜ਼ਰੀਏ ਸੱਤਾ ਦੇ ਵਿੱਚ ਤਬਦੀਲੀ ਲਿਆਉਣੀ ਚਾਹੁੰਦੇ ਆ। ਉਹਨਾਂ ਦੇ ਵਿੱਚ ਬਹੁਤ ਸਾਰੇ ਮੁੱਦੇ ਆ ਜਿਹੜੇ ਉਹ ਕੈਰੀ ਕਰਕੇ ਇਸ ਗੇਮ ਨੂੰ ਜਿਹੜਾ ਚੇਂਜ ਕਰਨਾ ਚਾਹੁੰਦੇ ਆ, ਔਰ ਇਹਦੇ ਵਿੱਚ ਜਿੱਥੇ ਕਿਤੇ ਕੋਈ ਵੀ ਉਹਨਾਂ ਨੂੰ ਕੋਈ ਕਲੂ ਮਿਲਦਾ ਤਾਂ ਉਹ ਕੋਈ ਕਸਰ ਬਾਕੀ ਨਹੀਂ ਛੱਡਦੇ। ਮਹਿੰਗਾਈ, ਬੇਰੁਜ਼ਗਾਰੀ, ਕਿਸਾਨੀ ਦਾ ਮੁੱਦਾ, ਅਨੇਕਾਂ ਕਈ ਅਜਿਹੇ ਮੁੱਦੇ ਜਿਨ੍ਹਾਂ ਨੂੰ ਲੈ ਕੇ ਇਹ ਇੱਕ ਮੰਚ ਤੇ ਇਕੱਠੇ ਹੋ ਰਹੇ ਆ। ਡਿਕਟੇਟਰਸ਼ਿਪ ਦੀ ਗੱਲ ਬਾਰ-ਬਾਰ ਆ ਰਹੀ ਹੈ ਕਿ ਇੱਕ ਬੁਰੇ ਦੌਰ ਦੇ ਵਿੱਚੋਂ ਜਿਹੜੀ ਡੈਮੋਕ੍ਰੇਸੀ ਗੁਜ਼ਰ ਰਹੀ ਹੈ। ਇਹਨਾਂ तमाम ਚੀਜ਼ਾਂ ਦਾ ਜ਼ਿਕਰ ਹੁੰਦਾ, ਪਰ ਸਵਾਲ ਇੱਥੇ ਜਾ ਕੇ ਖੜਦਾ ਹੈ ਕਿ ਜਦੋਂ ਇਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਆਪੋ ਆਪਣੇ ਸੂਬਿਆਂ ਦੇ ਵਿੱਚ ਸਰਕਾਰਾਂ ਬਣਾਈਆਂ ਸੀ, ਉਦੋਂ ਰਾਜ ਭਾਗ ਲੋਕਾਂ ਨੂੰ ਕਿਹੋ ਜਿਹੇ ਮੁਹੱਈਆ ਕਰਵਾਏ ਸੀ। ਉਸ ਤੋਂ ਵੀ ਇਲਾਵਾ ਗੱਲ ਇਹ ਹੈ ਕਿ ਉਹ ਸਾਰੀਆਂ ਧਿਰਾਂ ਇਕੱਤਰ ਹੋਈਆਂ ਨੇ ਜਿਹੜੀਆਂ ਕਿ ਹੁਣ ਤੱਕ ਜਾਂ ਹੁਣ ਤੋਂ ਕੁਝ ਸਮਾਂ ਪਹਿਲਾਂ ਇੱਕ ਦੂਜੇ ਦੀਆਂ ਧੁਰ ਵਿਰੋਧੀ ਰਹੀਆਂ ਹੋਣ, ਚਾਹੇ ਉਹ ਲਾਲੂ ਪ੍ਰਸਾਦ ਯਾਦਵ ਤੇ ਨਤੀਸ਼ ਕੁਮਾਰ ਦੀ ਗੱਲ ਹੋਵੇ, ਮਹਿਬੂਬਾ ਮੁਫਤੀ ਜਾਂ ਅਬਦੁੱਲਾ ਪਰਿਵਾਰ ਦੀ ਗੱਲ ਹੋਵੇ, ਜਾਂ ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਅਖਿਲੇਸ਼ ਯਾਦਵ ਪਰਿਵਾਰ ਵਰਸਸ ਕਾਂਗਰਸ ਜਾਂ ਹੋਰ तमाम ਧਿਰਾਂ। ਸੋ ਅਜਿਹੇ ਬਹੁਤ ਸਾਰੇ ਉਹ ਨੇ। ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਜੇਕਰ ਇਸ ਧੜੇ ਦੇ ਨਾਲ ਆਏ ਆ, CPIM, ਇਹ ਸਾਰੀਆਂ ਧਿਰਾਂ ਜਿਹੜੀਆਂ ਨੇ ਇੱਕ ਮੰਚ ਤੇ ਜਿਹੜੀਆਂ ਇਹਨਾਂ ਨੇ ਏਕਾ ਜ਼ਾਹਰ ਕੀਤਾ ਹੈ। ਇਸ ਏਕੇ 'ਚ ਏਕਤਾ ਦੀ ਜਿਹੜੀ ਕੰਸਿਸਟੈਂਸੀ ਆ ਉਹ ਕਿੰਨੇ ਕੁ ਚਿਰ ਰਹੇਗੀ, ਔਰ ਜਿਹੜਾ ਕਿੰਨਾ ਕੁ ਚਿਰ ਅੱਗੇ ਜਿਹੜਾ ਹੈ ਉਹ ਚੱਲੇਗਾ, ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਹੜੇ तमाम ਬਿਆਨਾਤ ਦਰਜ ਕਰਵਾਏ ਗਏ ਹੈ ਵੱਡੇ ਲੀਡਰਾਂ ਦੇ ਵੱਲੋਂ ਜਿਨ੍ਹਾਂ ਨੇ ਇਸ ਦੀ शुरुआत की है, वो सुनते फिर चर्चा ਨੂੰ शुरू करांगे। तो सहमति थी, ये हो गया है और बहुत अच्छे ढंग से, और सब लोगों ने माना है कि हम लोग मिल करके चलेंगे और देश के हित में है
अभी जो भी शासन में है वो देश के हित में काम नहीं कर रहे और सारे इतिहास को बदल रहे हैं। आजादी की लड़ाई को भी भुलवा देंगे। तो एक एक चीज जो काम हो रहा है उस सबको लेकर के सबकी चिंता है, इसलिए सब लोग एकजुट रहेंगे तो आज बहुत अच्छे ढंग से। मैंने मीटिंग में भी कहा यह विचारधारा की लड़ाई है और इसमें हम सब एक साथ खड़े हैं। हम में जरूर थोड़ी थोड़ी डिफरेंसेस होंगी, मगर हमने ये निर्णय लिया है कि हम एक साथ काम करेंगे, फ्लेक्सिबिलिटी के साथ काम करेंगे और जो हमारी विचारधारा है जिसको हम शेयर करते हैं उसकी हम रक्षा करें। हम लोगों ने 3 चीज पे जोर दिया है। 1, वी आर यूनाइटेड। 2, वी विल फाइट टुगेदर। 3, नेक्स्ट मीटिंग शिमला में होगा। 4, जो भी पॉलिटिकल वेंडेटा बीजेपी ले आएगा हम लोग एक साथ में एक कट्टर लड़ाई करेंगे। ਫਿਲਹਾਲ ਪਟਨਾ ਦੇ ਵਿੱਚ ਜਿਹੜੀ ਇਹ ਬੈਠਕ ਹੋਈ, ਪ੍ਰੈਸ ਕਾਨਫਰੰਸ ਕੀਤੀ ਗਈ, ਇੱਕ ਮੰਚ ਤੇ ਇਕੱਠੇ ਹੋਣ ਦੀ ਗੱਲ ਕੀਤੀ ਗਈ ਹੈ। ਇਸ ਤੋਂ ਬਾਅਦ ਕਈ ਪੜਾਅ ਅੱਗੇ ਨੇ, ਹਡਲਸ ਨੇ। ਉਹ ਪੜਾਅ ਕਾਹਦੇ ਹਡਲਸ ਹੈ ਕਿਉਂਕਿ ਟਿਕਟਾਂ ਦੀ ਵੰਡ ਹੋਣੀ ਹੈ। ਟਿਕਟਾਂ ਦੀ ਵੰਡ ਦੇ ਉੱਤੇ ਕਿਹਦੀ ਸਹਿਮਤੀ ਬਣੇਗੀ। ਮਿਸਾਲ ਦੇ ਤੌਰ ਤੇ ਪੰਜਾਬ ਹੀ ਲਾਈਏ, ਜੇਕਰ ਇਸ ਵੇਲੇ ਸੱਤਾਧਾਰੀ ਜਮਾਤ 92 ਐਮਐਲਏ ਲੈ ਕੇ ਆਮ ਆਦਮੀ ਪਾਰਟੀ ਹੈ ਤਾਂ ਉਸ ਤੋਂ ਬਾਅਦ ਕਾਂਗਰਸ ਜੇ ਇਹਨਾਂ ਦੇ ਨਾਲ ਆਉਂਦੀ ਹੈ ਤਾਂ ਸੀਟਾਂ ਦੀ ਤਕਸੀਮ ਕਿਸ ਆਧਾਰ ਦੇ ਉੱਤੇ ਕਿਵੇਂ ਹੋਵੇਗੀ। ਐਵੇਂ ਬਿਹਾਰ ਦੇ ਵਿੱਚ ਵੀ, ਉੱਤਰ ਪ੍ਰਦੇਸ਼ ਦੇ ਵਿੱਚ ਵੀ, ਬੰਗਾਲ 'ਚ, ਰਾਜਸਥਾਨ, ਮੱਧ ਪ੍ਰਦੇਸ਼ ਆ ਪ੍ਰਮੁੱਖ ਜਿਹੜੇ ਸੂਬੇ ਆ ਜਿਨ੍ਹਾਂ ਦੇ ਵਿੱਚ ਟਿਕਟਾਂ ਦੇ ਉੱਤੇ ਬਹੁਤ ਘਸਮਾਣ ਪੈਣ ਵਾਲਾ ਹੈ। ਸੋ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੁਫ ਕਰਵਾਉਂਦਾ ਹੋਇਆ ਇਸਤਕਬਾਲ ਕਰਾਂਗੇ। ਸ਼ਿਮਲੇ ਦੇ ਵਿੱਚ ਅਗਲੀ ਬੈਠਕ ਹੋਣੀ ਹੈ ਟਿਕਟਾਂ ਦੇ ਵੰਡ ਦੇ ਉੱਤੇ। ਕਾਂਗਰਸ ਤੋਂ ਅਰਸ਼ਪ੍ਰੀਤ ਖੜਿਆਲ ਸਾਹਿਬ ਤਸ਼ਰੀਫ ਲੈ ਕੇ ਆਏ, ਜਨਾਬ ਜੀਓ ਆਇਆਂ ਨੂੰ। ਜਸਤੇਜ ਅਰੋੜਾ ਸਾਹਿਬ ਵਕੀਲ ਨੇ ਜੋ ਕਿ ਆਮ ਆਦਮੀ ਪਾਰਟੀ ਤੋਂ ਬੁਲਾ ਰਹੇ ਆ, ਤੁਹਾਡਾ ਸਵਾਗਤ ਹੈ। ਡਾਕਟਰ ਅਮਰਜੀਤ ਸਿੰਘ ਥਿੰਦ ਸਾਹਿਬ ਬੀਜੇਪੀ ਤੋਂ ਗੱਲਬਾਤ ਆਪਣੀ ਰੱਖਣਗੇ। ਥਿੰਦ ਸਾਹਿਬ ਤੁਹਾਡਾ ਇਸ ਚਰਚਾ ਦੇ ਵਿੱਚ ਸਵਾਗਤ ਹੈ। ਖੜਿਆਲ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਰਾਹੁਲ ਗਾਂਧੀ ਜੀ ਕਹਿੰਦੇ ਆ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ, ਅਸੀਂ ਜਿਹੜੀ ਹੈ ਇੱਕ ਵਿਚਾਰਧਾਰਾ ਦੇ ਉੱਤੇ ਇਕੱਠੇ ਹੋਏ ਹਾਂ, ਪਰ ਜੇਕਰ ਅਲੱਗ-ਅਲੱਗ ਕਰਕੇ ਦੇਖਿਆ ਜਾਵੇ ਕਿਸੇ ਦੀ ਧਾਰਾ ਕਿਸੇ ਦੇ ਨਾਲ ਤੇ ਕਿਸੇ ਦਾ ਵਿਚਾਰ ਕਿਸੇ ਦਾ ਨਾਲ ਨਹੀਂ ਮਿਲਦਾ ਤੇ ਇਹ ਇੱਕ ਵਿਚਾਰਧਾਰਾ ਦੇ ਨਾਲ ਕਿਵੇਂ ਇਕੱਠੇ ਹੋ ਰਹੇ ਹਨ? ਦੇਖੋ, ਲੋਕਤੰਤਰ ਦੀ ਖੂਬਸੂਰਤੀ ਹੈ ਧਾਲੀਵਾਲ ਸਾਹਿਬ ਕਿ ਵੱਖਰੇ ਵਿਚਾਰਧਾਰਾ ਵਾਲੀਆਂ ਪਾਰਟੀਆਂ ਸਾਰੇ ਪਲੇਟਫਾਰਮ ਤੇ ਇਕੱਠੇ ਹੋ ਸਕਦੇ ਹੈ ਕਿਉਂਕਿ ਇੱਥੇ ਇੱਕ ਕੌਜ਼ ਹੈ, ਇੱਕ ਵੱਡੀ ਜਿਹੜੀ ਇਸ਼ੂ ਹੈ, ਇੱਕ ਵੱਡੀ ਜੰਗ ਹੈ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਚੀਜ਼ ਕੰਸੀਡਰ ਕੀਤੀ ਜਾ ਰਹੀ ਹੈ। ਤੇ ਇਸ਼ੂ ਕੀ ਹੈ, ਕੌਜ਼ ਕੀ ਹੈ? ਭਾਰਤੀ ਜਨਤਾ ਪਾਰਟੀ ਦੁਆਰਾ ਲੋਕਤੰਤਰ ਦਾ ਘਾਣ ਕਰਨਾ, ਭਾਰਤੀ ਜਨਤਾ ਪਾਰਟੀ ਦੁਆਰਾ ਲੋਕਤੰਤਰ ਨੂੰ ਡੰਡਾ ਤੰਤਰ ਤੇ ਭੈ ਤੰਤਰ ਦੇ ਵਿੱਚ ਤਬਦੀਲ ਕਰਨਾ। ਤੇ ਮੈਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਬੇਨਤੀ ਕਰੂੰਗਾ ਕਿ ਬੀਜੇਪੀ ਨੇ ਜਿਵੇਂ ਉੱਥੇ ਯੂਐਸਏ ਦੇ ਵਿੱਚ ਜਾ ਕੇ ਤੁਸੀਂ ਦੇਖਿਆ ਪ੍ਰੈਸ ਕਾਨਫਰੰਸ ਕੀਤੀ, ਇੱਕ 9 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਦਫਾ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਨਾ ਠੀਕ ਨਹੀਂ ਸਮਝਿਆ। ਕਹਿੰਦੇ ਸਬਕਾ ਸਾਥ ਹੈ, ਸਬਕਾ ਵਿਕਾਸ ਹੈ। ਤੇ ਮੁਸਲਿਮਸ ਦੀ ਰਿਪਰੈਜ਼ੈਂਟੇਸ਼ਨ ਕੀ ਹੈ ਭਾਰਤੀ ਜਨਤਾ ਪਾਰਟੀ ਦੇ ਕੈਬਨਿਟ ਦੇ ਵਿੱਚ? ਇਹ ਚੀਜ਼ ਬੀਜੇਪੀ ਦੇ ਬੁਲਾਰੇ ਇੱਥੇ ਦੱਸਣ, ਨੈਗਲੀਜੀਬਲ ਰਿਪਰੈਜ਼ੈਂਟੇਸ਼ਨ ਹੈ। ਤੀਜੀ ਗੱਲ ਕਹਿੰਦੇ ਮਹਿਲਾ ਸਸ਼ਕਤੀਕਰਨ ਬਹੁਤ ਜ਼ਰੂਰੀ ਹੈ ਤੇ ਇੱਥੇ ਵਿਮਨ ਰੈਸਲਰਸ ਦੇ ਨਾਲ ਜੋ ਹੋਇਆ ਦਿੱਲੀ ਦੇ ਵਿੱਚ ਪਾਰਲੀਮੈਂਟ ਬਿਲਡਿੰਗ ਦੇ ਬਾਹਰ, ਉਹ ਸਭ ਨੇ ਦੇਖਿਆ। ਚੌਥਾ ਕਹਿੰਦੇ ਅਸੀਂ ਮਾਈਨੋਰਿਟੀਜ਼ ਨੂੰ ਪਹਿਲ ਦਿੰਦੇ ਹਾਂ, ਅਸੀਂ ਸਭ ਦਾ ਧਿਆਨ ਰੱਖਦੇ ਹਾਂ ਤੇ ਯੂਆਪਾ, ਐਨਐਸਏ, ਹੇਟ ਸਪੀਚ ਤੇ ਹੋਰ ਕਿੰਨੇ ਸਾਰੇ ਤੁਸੀਂ ਸੈਡੀਸ਼ਨ ਦੇ ਲਾਜ਼ ਤੁਸੀਂ ਦੇਖੋ ਕਿਹੜੇ ਲੋਕਾਂ ਦੇ ਖਿਲਾਫ ਇਹਨਾਂ ਨੇ ਕੇਸ ਦਰਜ ਕੀਤੇ ਤੇ ਕਿਵੇਂ ਮਾਈਨੋਰਿਟੀਜ਼ ਨੂੰ ਉਹਦਾ ਖਾਮਿਆਜ਼ਾ, ਲਾਅ ਦਾ ਖਾਮਿਆਜ਼ਾ ਭੁਗਤਣਾ ਪਿਆ। ਜੋ ਕਹਿੰਦੀ ਹੈ ਡਿਸਅਫੈਕਸ਼ਨ ਟੁਵਰਡਸ ਗਵਰਨਮੈਂਟ, ਜੋ ਸੈਡੀਸ਼ਨ ਲਾਅ ਕਹਿੰਦਾ ਕਿ ਸਰਕਾਰ ਹੈ ਲੋਕਤੰਤਰ ਦੇ ਵਿੱਚ ਤੇ ਸਰਕਾਰ ਨੂੰ ਜੇ ਸਵਾਲ ਨਹੀਂ ਹੋਣਗੇ ਤੇ ਫਿਰ ਲੋਕਤੰਤਰ ਕਾਹਦਾ? ਅੱਛਾ, ਅਗਲੀ ਗੱਲ, ਹੁਣ ਆਮ ਆਦਮੀ ਪਾਰਟੀ ਨੇ ਜਿਹੜੀ ਗੱਲ ਖੜੀ ਕੀਤੀ ਹੈ ਧਾਲੀਵਾਲ ਸਾਹਿਬ, ਆਮ ਆਦਮੀ ਪਾਰਟੀ ਕਹਿੰਦੀ ਕਿ ਸਾਨੂੰ ਦਿੱਲੀ ਆਰਡੀਨੈਂਸ ਤੇ ਸਮਰਥਨ ਦਿਓ। ਮੇਰੇ ਇੱਥੇ ਹੁਣ ਆਮ ਆਦਮੀ ਪਾਰਟੀ ਨੂੰ ਕੋਈ ਸਵਾਲ ਹੈ। ਪਹਿਲੀ ਗੱਲ ਤਾਂ ਤੁਸੀਂ ਜੂਨ ਦੇ ਮਹੀਨੇ ਦੇ ਵਿੱਚ ਕੋਰਟ ਜਾਣਾ ਠੀਕ ਕਿਉਂ ਨਹੀਂ ਸਮਝਿਆ? ਕਿਉਂਕਿ ਵੈਕੇਸ਼ਨ ਬੈਂਚ ਤਾਂ ਕੋਰਟ ਜੂਨ ਦੇ ਮਹੀਨੇ ਵਿੱਚ ਗਰਮੀ ਦੀ ਛੁੱਟੀਆਂ ਦੇ ਵਿੱਚ ਬਹਿੰਦਾ ਹੈ। ਤੇ ਦੂਜੀ ਗੱਲ, ਟ੍ਰਿਪਲ ਤਲਾਕ ਦਾ ਮਸਲਾ, ਐਨਜੇਏਸੀ ਦਾ ਮਸਲਾ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਹੀ ਤੈਅ ਹੋਇਆ ਸੀਗਾ ਤੇ ਤੁਸੀਂ ਵੀ ਜਾ ਸਕਦੇ ਸੀਗੇ, ਏਟੀ ਐਮਰਜੈਂਸੀ ਸੀਗੀ। ਆਮ ਆਦਮੀ ਪਾਰਟੀ ਗਈ ਕਿਉਂ ਨਹੀਂ? ਇਹਦਾ ਕਾਰਨ ਦੱਸਿਆ ਆਮ ਆਦਮੀ ਪਾਰਟੀ, ਕਿਉਂਕਿ ਬਹੁਤ ਸਾਰੇ ਲੀਡਰਸ ਨੇ ਕਿਹਾ ਇਹ ਕੰਟੈਂਪਟ ਆਫ ਕੋਰਟ ਕੀਤੀ ਹੈ ਬੀਜੇਪੀ ਨੇ, ਇਹਨਾਂ ਦੇ ਬੜੇ ਲੀਡਰਸ ਕਹਿ ਰਹੇ ਆ। ਦੂਜੀ ਗੱਲ ਧਾਲੀਵਾਲ ਸਾਹਿਬ, ਇਹ ਜੇ ਵਾਰ-ਵਾਰ ਕਾਂਗਰਸ ਪਾਰਟੀ ਕੋਲੇ ਆ ਕੇ ਸਮਰਥਨ ਮੰਗਦੇ ਆ, ਇਹ ਤੋਂ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਕਾਂਗਰਸ ਪਾਰਟੀ ਪੋਜੀਸ਼ਨ ਆਫ ਪਾਵਰ ਤੇ ਬੈਠੀ ਹੈ। ਇਹ ਕਾਂਗਰਸ ਨੇ ਡਿਸਾਈਡ ਕਰਨਾ ਸਮਰਥਨ ਦੇਣਾ ਕਿ ਨਹੀਂ ਦੇਣਾ। ਆਮ ਆਦਮੀ ਪਾਰਟੀ ਨੇ ਬੜੀ ਦਫਾ ਰਿਕੁਐਸਟ ਕਰ ਲਈ ਹੈ, ਸੋ ਇਟਸ ਅ ਪੋਜੀਸ਼ਨ ਆਫ ਪਾਵਰ। ਦੂਜੀ ਗੱਲ, ਤੁਸੀਂ ਦੇਖੋ ਆਮ ਆਦਮੀ ਪਾਰਟੀ ਨੂੰ ਬੜੀ ਤਕਲੀਫ ਹੋਈ ਸੀਗੀ ਜਦੋਂ ਅਜੀਤ ਦੇ ਪਲੇਟਫਾਰਮ ਤੇ ਸਾਰੇ ਇਕੱਠੇ ਹੋਏ ਸੀ ਕਾਂਗਰਸ ਪਾਰਟੀ ਦੇ ਸੱਦੇ ਤੇ ਇੱਕ ਕੌਜ਼ ਦੇ ਪਿੱਛੇ।
ਉਹ ਕੌਜ਼ ਕੀ ਸੀ? ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ, ਆਮ ਆਦਮੀ ਪਾਰਟੀ ਦਾ ਸੈਪਰੇਸ਼ਨ ਆਫ ਮੀਡੀਆ ਤੇ ਆਮ ਟਵਿਸਟਿੰਗ ਆਫ ਮੀਡੀਆ। ਤੇ ਉਦੋਂ ਇਹਨਾਂ ਨੇ ਬੜਾ ਰੌਲਾ ਪਾਇਆ ਜੀ, ਬੜੀ ਤਕਲੀਫ ਹੋਈ, ਕਿਉਂ ਸਾਰੇ ਇਕੱਠੇ ਹੋ ਰਹੇ ਹੋ ਜੀ ਕੌਜ਼ ਪਿੱਛੇ, ਤੁਸੀਂ ਤਾਂ ਰਲ ਗਏ ਜੀ। ਸੋ ਹੁਣ ਆਮ ਆਦਮੀ ਪਾਰਟੀ ਨੇ ਥੋੜੀ ਖੜਿਆਲ ਸਾਹਿਬ ਕਲੈਰਿਟੀ ਦੇ ਦਿਓ ਵੀ ਹੁਣ ਨਾਲੇ ਤਾਂ ਉੱਥੇ ਮੀਟਿੰਗ 'ਚ ਸਾਰੇ ਇਕੱਠੇ ਸੀ, ਹੁਣ ਕਾਂਗਰਸ ਇਸ ਧੜੇ ਦੇ ਨਾਲ ਹੈ ਜਾਂ ਨਹੀਂ ਹੈ? ਮੈਂ ਤੁਹਾਨੂੰ ਉਹੀ ਜਵਾਬ ਦੇ ਰਿਹਾ ਕਿ ਉੱਥੇ ਸਾਰੀ ਆਪੋਜੀਸ਼ਨ ਪਾਰਟੀਆਂ ਆਈਆਂ 15+ ਜੀ। ਦੂਜਾ ਉਹ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇੱਕ ਕੰਡੀਸ਼ਨ ਲਾਉਣਾ, ਮੈਨੂੰ ਲੱਗਦਾ ਧਾਲੀਵਾਲ ਸਾਹਿਬ ਇੱਥੇ ਇੱਕ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ 14+ ਪਾਰਟੀ ਦੇ ਵਿੱਚ ਤਾਂ ਯੂਨਿਟੀ ਹੈਗੀ ਹੈ। ਹੁਣ ਆਮ ਆਦਮੀ ਪਾਰਟੀ ਉਹ ਯੂਨਿਟੀ ਦਾ ਪਾਰਟ ਬਣਨਾ ਚਾਹੁੰਦੀ ਹੈ ਕਿ ਨਹੀਂ, ਉਹ ਆਮ ਆਦਮੀ ਪਾਰਟੀ ਜਾਣੇ, ਇੱਕ MP ਵਾਲੀ ਪਾਰਟੀ ਜਾਣੇ। ਲੇਕਿਨ ਦੂਜੀ ਗੱਲ ਧਾਲੀਵਾਲ ਸਾਹਿਬ ਜਿਹੜੀ ਪ੍ਰੋਬਲਮੈਟਿਕ ਹੈ ਕਿ ਆਮ ਆਦਮੀ ਪਾਰਟੀ ਦੂਜਿਆਂ ਨੂੰ ਤਾਂ ਕਹਿ ਦਿੰਦੀ ਹੈ ਕਿ ਤੁਸੀਂ ਲੜੇ ਹੋਏ ਹੋ, ਤੇ ਹੁਣ ਜਦੋਂ ਆਪ ਕਹਿੰਦੇ ਕਿ ਸਾਡੇ ਕੌਜ਼ ਪਿੱਛੇ ਸਾਰੇ ਇਕੱਠੇ ਹੋ, ਚਲੋ ਹੁਣ ਤਾਂ ਖੜਿਆਲ ਸਾਹਿਬ ਕੋਈ ਕਿਸੇ ਨੂੰ ਕਹਿ ਨਹੀਂ ਸਕਦਾ, ਹੁਣ ਤਾਂ ਜਦੋਂ ਸਾਰੇ ਹੀ ਰਲ ਰਹੇ ਆ ਹੁਣ ਤਾਂ ਕੁਝ ਕਹਿ ਨਹੀਂ ਸਕਦੇ। ਪਰ ਅਰੋੜਾ ਸਾਹਿਬ ਦਾ ਅਰੋੜਾ ਸਾਹਿਬ ਤੋਂ ਮੈਨੂੰ ਸਵਾਲ ਲੈਣਾ ਜ਼ਰੂਰੀ ਹੈ। ਖੜਿਆਲ ਸਾਹਿਬ ਇੱਕ ਅਖੀਰਲਾ ਪੁਆਇੰਟ ਹੈ, ਉਹ ਤੋਂ ਬਾਅਦ ਮਿਲੂਗਾ ਜੀ ਜੀ। ਫਿਰ ਸਮਾਂ ਫਿਰ ਤੁਸੀਂ ਕਹੋਗੇ ਜਾਣਾ ਹੈ, ਫਿਰ ਤੁਸੀਂ ਅੱਗੇ ਜਾਣਾ ਹੋਊਗਾ, ਗੱਲ ਇਹ ਦੂਜਿਆਂ ਦੀ ਵੀ ਗੱਲ ਪੂਰੀ ਹੋ ਜਾਏ ਜੀ। 10 ਸੈਕਿੰਡ ਓਨਲੀ ਧਾਲੀਵਾਲ ਸਾਹਿਬ, ਮੈਂ ਸਿਰਫ ਇੰਨੀ ਗੱਲ ਕਹੂੰਗਾ ਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਦੂਜੇ ਸੂਬੇ, ਦੂਜੀਆਂ ਸਰਕਾਰਾਂ ਇਹਨਾਂ ਦੀ ਲੜਾਈ ਨੂੰ ਆਪਦਾ ਬਣਾਉਣ, ਤਾਂ ਆਮ ਆਦਮੀ ਪਾਰਟੀ ਵੀ ਦੂਜਿਆਂ ਦੀ ਲੜਾਈ ਨੂੰ ਆਪਦਾ ਬਣਾਵੇ, ਵਿਧਾਨ ਸਭਾ ਸੈਸ਼ਨ ਬੁਲਾਵੇ ਦਿੱਲੀ ਦੇ ਵਿੱਚ, RDF ਤੇ ਮਤਾ ਪਾਸ ਕਰੇ, BBMP ਤੇ ਮਤਾ ਪਾਸ ਕਰੇ। ਤੇ ਮੈਂ ਇਹਨਾਂ ਨੂੰ ਸਵਾਲ ਪੁੱਛੂੰਗਾ, ਕਨਸਟੀਟਿਊਸ਼ਨ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਆਰਟੀਕਲ 370 ਜਦੋਂ ਐਬਰੋਗੇਟ ਕੀਤਾ ਗਿਆ, ਹਟਾਇਆ ਗਿਆ, ਤਾਂ ਤੁਸੀਂ ਸਟੈਂਡ ਹੈ ਜੰਮੂ ਕਸ਼ਮੀਰ ਦੇ ਹੱਕ ਦੇ ਵਿੱਚ। ਸੋ ਦੋਹਰੇ ਮਾਪਦੰਡ ਤੇ ਡਬਲ ਸਟੈਂਡਰਡ ਆਮ ਆਦਮੀ ਪਾਰਟੀ ਦੇ ਖੁੱਲ੍ਹੇਆਮ ਸ਼ਰੇਆਮ ਅੱਜ ਹੋ ਰਹੇ ਆ। ਠੀਕ ਹੈ ਅਰੋੜਾ ਸਾਹਿਬ, ਗੱਲ ਇਹ ਹੈ ਵੀ ਜਦੋਂ ਗੈਟ ਟੂਗੇਦਰ ਹੋ ਰਿਹਾ ਹੈ ਅਨਕੰਡੀਸ਼ਨਲ, ਫਿਰ ਕੰਡੀਸ਼ਨਸ ਦੀ ਸ਼ੁਰੂਆਤ ਤੁਹਾਡੇ ਵੱਲੋਂ ਹੀ ਕਰ ਦਿੱਤੀ ਗਈ ਹੈ। ਆਖਰ ਅਜਿਹਾ ਕਿਉਂ ਵੀ ਇਕੱਠੇ ਨਹੀਂ ਹੋਣਾ ਤੇ ਲੋਕਾਂ 'ਚ ਇਹ ਵੀ ਦਿਖਾਣਾ ਕਿ ਅਸੀਂ ਇਕੱਠੇ ਹੋਣਾ ਚਾਹੁੰਦੇ ਹਾਂ, ਤੇ ਅੰਦਰੋਂ ਖਾਤੇ ਜਿਹੜਾ ਤੁਸੀਂ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੇ? ਦੇਖੋ ਨਵਜੋਤ ਜੀ, ਸ਼੍ਰੀ ਪਟਨਾ ਸਾਹਿਬ 'ਚ ਜੋ ਬੇਸਿਕਲੀ ਇਕੱਠ ਹੋਇਆ ਕੱਲ੍ਹ, ਉਹ ਇਕੱਠ ਇੱਕ ਸੰਵਿਧਾਨਿਕ ਤੌਰ ਤੇ ਜੋ ਇੱਕ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਜਪਾ ਦੇ ਹੱਥ ਜਾਂ ਉਹਨਾਂ ਦੇ ਗਵਰਨਰਸ ਦੇ ਥਰੂ, ਭਾਵੇਂ ਉਹ ਦੇਸ਼ ਦੇ ਕੋਈ ਮੁੱਦਾ ਹੈ, ਭਾਵੇਂ ਫੈਡਰਲ ਸਟਰਕਚਰ ਹੈ ਜਾਂ ਕੁਝ ਵੀ ਹੈ, ਉਹ ਪਾਰਟੀਆਂ ਉੱਥੇ ਇਕੱਠੀਆਂ ਹੋਈਆਂ ਸੰਵਿਧਾਨ ਦੇ ਕੁਝ ਇਹੋ ਜਿਹੇ ਵਿਚਾਰਿਕ ਇਸ਼ੂਜ਼ ਨੇ, ਜਿਵੇਂ ਸਪੈਸ਼ਲੀ ਫੈਡਰਲ ਸਟਰਕਚਰ ਜਿਹਦਾ ਮੈਂ ਪਹਿਲਾਂ ਵੀ ਨਾਮ ਲਿਆ, ਉਹਦੇ ਰਿਲੇਟਡ ਹੋਈਆਂ। ਤੇ ਸਾਡਾ ਉੱਥੇ ਜਾਣ ਦਾ ਜਿਹੜਾ ਮਕਸਦ ਸੀਗਾ, ਜੋ ਅਸੀਂ ਆਰਡੀਨੈਂਸ ਦੇ ਬਾਰੇ ਇਸ਼ੂ ਚੱਕ ਰਹੇ ਹਾਂ, ਨਹੀਂ ਇਕੱਠੇ ਇਸ ਕਰਕੇ ਹੋ ਰਹੇ ਹੋ ਵੀ ਜਿਹੜਾ ਫੈਡਰਲ ਸਟਰਕਚਰ ਹੈ, ਜਿਹੜਾ ਸੰਘੀ ਢਾਂਚਾ ਹੈ, ਵੀ ਉਹਨੂੰ ਖਤਮ ਕਰਨ ਦੀ ਬੀਜੇਪੀ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ ਫਿਰ ਧਾਰਾ 370 ਤੇ ਤਾਂ ਤੁਸੀਂ ਹਮਾਇਤ ਕਰਤੀ ਸੀਗੀ। ਬਿਲਕੁਲ, ਮੈਂ ਉਹੀ ਉਸ ਤੇ ਵੀ ਆਉਂਗਾ ਤੁਹਾਡੇ ਸਾਹਮਣੇ। ਦੇਖੋ 370 ਦਾ ਜਿਹੜਾ ਮੁੱਦਾ ਹੈ, ਉਹ ਫੈਡਰਲ ਸਟਰਕਚਰ ਦਾ ਨਾ ਹੋ ਕੇ ਉਹ ਟੋਟਲੀ ਉਹਨਾਂ ਦਾ ਇੱਕ ਅਲੱਗ ਤੋਂ ਇੱਕ ਕਨਸਟੀਟਿਊਸ਼ਨ ਚਲਾਉਣ ਦਾ। ਕਿਵੇਂ ਹੋ ਗਿਆ? ਉਹਨਾਂ ਦਾ ਝੰਡਾ ਵੀ ਅਲੱਗ ਸੀਗਾ, ਸੰਵਿਧਾਨ ਵੀ ਅਲੱਗ ਸੀਗਾ, ਇੰਡੀਅਨ ਪੀਨਲ ਕੋਡ ਵੀ ਨਹੀਂ ਲੱਗਦਾ ਸੀਗਾ। ਸੋ ਦੋਨੋਂ ਚੀਜ਼ਾਂ ਨੂੰ ਸਾਨੂੰ ਜੋੜ ਕੇ ਨਹੀਂ ਇੱਥੇ ਦੇਖਣਾ। ਨਹੀਂ, ਹੁਣ ਕਸ਼ਮੀਰ ਕੀ ਹੈ? ਕਸ਼ਮੀਰ ਇਸ ਵੇਲੇ ਕਸ਼ਮੀਰ ਕਿਸ ਸਥਿਤੀ ਦੇ ਵਿੱਚ ਹੈ ਹਿੰਦੁਸਤਾਨ ਦੇ ਨਾਲ? ਹੁਣ ਕਸ਼ਮੀਰ ਜੋ ਹੈ ਸੰਵਿਧਾਨਿਕ ਤੌਰ ਤੇ ਦੇਸ਼ ਦਾ ਹਿੱਸਾ ਹੈ, ਐਂਡ ਨਹੀਂ ਐਜ਼ ਏ ਯੂਟੀ ਔਰ ਸਟੇਟ, ਐਜ਼ ਅ ਯੂਟੀ, ਠੀਕ ਹੈ ਨਾ। ਜੇ ਉਹ ਤੁਹਾਡਾ ਸੰਵਿਧਾਨ ਕਹਿੰਦਾ ਕਿ ਸੂਬੇ ਦੀ ਤਾਕਤ ਦੇ ਨਾਲ ਮੁਲਕ ਦੀ ਖੂਬਸੂਰਤੀ ਹੈ, ਸੂਬਾ ਤੋੜ ਕੇ ਯੂਟੀ ਬਣ ਗਈ। ਨਹੀਂ, ਦੇਖੋ ਉਹਦਾ ਸੰਵਿਧਾਨ ਵੀ ਵੱਖਰਾ ਸੀਗਾ, ਉਹਦਾ ਕਨਸਟੀਟਿਊਸ਼ਨ ਹੀ ਵੱਖਰਾ ਸੀਗਾ। ਆਰਟੀਕਲ 370 ਰੈਡ ਵਿਦ ਆਰਟੀਕਲ 335A ਉਹਨੂੰ ਇੱਕ ਸਪੈਸ਼ਲ ਸਟੇਟਸ ਅਲੱਗ ਤੋਂ ਦੇ ਦਿੰਦਾ ਸੀਗਾ, ਜਿਹਦੇ ਉੱਪਰ ਰਿਕਾਰਡਡ ਹੈ ਹਿਸਟਰੀ ਦੇ ਵਿੱਚ ਕਿ ਹਾਂਜੀ ਉਹਦੇ ਉੱਪਰ ਵਿਚਾਰ ਦੁਬਾਰਾ ਤੋਂ ਹੋਣਾ ਸੀਗਾ। ਪਰ ਕਾਂਗਰਸ ਨੇ ਆਪਣੇ ਆਪਾਂ ਇਸ ਤੋਂ ਵੀ ਥੋੜਾ ਜਿਹਾ ਅੱਗੇ ਤੁਰਦੇ ਹਾਂ। ਗੱਲ ਇਹ ਹੈ ਨਹੀਂ ਮੈਂ ਦੇਖੋ ਕਲੈਰਿਟੀ ਹੋਣੀ ਬੜੀ ਜ਼ਰੂਰੀ ਹੈ। ਇੱਕ ਮਿੰਟ ਮੈਂ ਇੱਕ ਸੈਕਿੰਡ ਤੁਰਨਾ ਚਾਹੁੰਦਾ, ਸਮੇਂ ਨਿਜ਼ਾਕਤ ਨੂੰ ਦੇਖਦਾ ਹੋਇਆ। ਨਹੀਂ ਦੇਖੋ ਗੱਲ ਇਹ ਹੈ ਅਰੋੜਾ ਸਾਹਿਬ, ਜਦੋਂ ਗੱਲ ਇਹ ਹੋਈ ਕਿ ਅਸੀਂ ਆਪਣੇ ਸਾਰੇ ਮਫਾਦ, ਆਪਣੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸਿਰਫ ਇੱਕੋ ਹੀ ਚੀਜ਼ ਨੂੰ ਲੈ ਕੇ ਅਸੀਂ ਅੱਗੇ ਤੁਰ ਰਹੇ ਹਾਂ, ਤੇ ਫਿਰ ਇਹ ਕੰਡੀਸ਼ਨ ਦੀ ਸ਼ੁਰੂਆਤ ਕਿਉਂ ਕਰ ਦਿੱਤੀ ਗਈ? ਨਹੀਂ, ਕੰਡੀਸ਼ਨ ਇਸ ਕਰਕੇ ਕਿਉਂਕਿ ਇਹੀ ਤਾਂ ਕੰਡੀਸ਼ਨ ਹੈ ਫੈਡਰਲ ਸਟਰਕਚਰ ਨੂੰ ਬਚਾਉਣ ਦੀ ਹੈ। ਹੁਣ ਤੁਸੀਂ 370 ਦੀ ਗੱਲ ਕੀਤੀ ਕਿ 370 ਦੇ ਵਿੱਚ ਕੋਈ ਸੁਪਰੀਮ ਕੋਰਟ ਦਾ ਫੈਸਲਾ ਕੋਈ ਕਸ਼ਮੀਰ, ਜੰਮੂ ਕਸ਼ਮੀਰ ਦੇ ਹੱਕ ਦੇ ਵਿੱਚ ਹੈ? ਨਹੀਂ ਹੈ। ਬਟ ਜਿਸ ਆਰਡੀਨੈਂਸ ਦੀ ਅਸੀਂ ਗੱਲ ਕਰ ਰਹੇ ਹਾਂ, ਅੱਧੀ ਰਾਤ ਨੂੰ ਤੁਸੀਂ ਇਹ ਦੇਖੋ, ਅਸੀਂ ਉਹ ਲੜਾਈ ਲੋਕਾਂ ਤੱਕ ਪਹੁੰਚਾਈ ਪਹਿਲਾਂ, ਉਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਤੋਂ ਜਿੱਤੇ ਹਾਂ। ਹਾਈ ਕੋਰਟ ਸਾਡੇ ਫੇਵਰ ਚ ਨਹੀਂ ਸੀਗਾ, ਅਸੀਂ ਲੜਦੇ ਰਹੇ, ਕਈ ਸਾਲ ਲੜਦੇ ਰਹੇ, 6-7 ਸਾਲ। 2015 ਦੀ ਨੋਟੀਫਿਕੇਸ਼ਨ ਹੈ, ਫਿਰ ਸੁਪਰੀਮ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਹਾਂ ਇਹ ਨੋਟੀਫਿਕੇਸ਼ਨ ਜੋ ਹੈ MHA ਦੀ, ਉਹ ਸੰਵਿਧਾਨਿਕ ਤੌਰ ਤੇ ਗੈਰ ਕਾਨੂੰਨੀ ਹੈ।
ਹੁਣ ਉਸ ਤੇ ਡਾਕਾ ਮਾਰਨ ਵਾਸਤੇ ਬੀਜੇਪੀ ਨੇ ਇੱਕ ਮੈਸੇਜ ਭੇਜਣ ਦੀ ਕੋਸ਼ਿਸ਼ ਕੀਤੀ ਹੈ। ਸਿਰਫ ਸੰਵਿਧਾਨ ਦੇ ਖਿਲਾਫ ਨਹੀਂ, ਉਹਨੇ ਜੁਡੀਸ਼ਰੀ ਦੇ ਖਿਲਾਫ ਵੀ ਭੇਜਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਸੁਪਰੀਮ ਕੋਰਟ ਸੈਂਟਰ ਦੇ ਖਿਲਾਫ ਕੁਝ ਵੀ ਕਰ ਲੇ, ਅੱਧੀ ਰਾਤ ਨੂੰ ਅਸੀਂ ਆਰਡੀਨੈਂਸ, ਸੈਂਟਰ ਆਰਡੀਨੈਂਸ ਲੈ ਕੇ ਆਏਗੀ ਤੇ ਡਾਕਾ ਪਾ ਲੇਗੀ। ਅਸੀਂ ਉਹਦੇ ਖਿਲਾਫ ਗਏ ਆ। ਐਂਡ ਭਾਰਤ ਜੋੜੋ ਦੀ, ਇੱਕ ਮਿੰਟ, ਭਾਰਤ ਜੋੜੋ ਦੀ ਜਿਹੜੀ ਯਾਤਰਾ ਹੈ ਰਾਹੁਲ ਗਾਂਧੀ ਜੀ ਦੀ, ਹੁਣ ਤੁਸੀਂ ਵੀਡੀਓ ਵੀ ਚਲਾਈ ਹੈ, ਉਹ ਕਹਿੰਦੇ ਵਿਚਾਰਧਾਰਾ ਦੀ ਲੜਾਈ ਹੈ, ਵਿਚਾਰਧਾਰਾ ਦੀ, ਇਹ ਪਰਸਨਲ ਲੜਾਈਆਂ ਨਹੀਂ ਹੈ। ਇੱਥੇ ਜੋ ਕਾਂਗਰਸ ਦੇ ਸਪੋਕਸਪਰਸਨ ਬੁਲਾਰੇ ਗੱਲ ਕਰ ਰਹੇ ਆ, ਉਹ ਸਟੇਟ ਦੇ ਇਸ਼ੂਜ਼ ਦੀ ਗੱਲ ਕਰਨਾ ਸ਼ੁਰੂ ਕਰਤੀ ਹੈ। ਦੇਖੋ, ਸਟੇਟ ਪੱਧਰ ਦੀ ਰਾਜਨੀਤੀ ਤੇ ਸੈਂਟਰ ਦੀ ਰਾਜਨੀਤੀ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਸਟੇਟ ਅਸੈਂਬਲੀ ਦੀ ਜਿਹੜੀ ਚੋਣਾਂ ਨੇ ਤੇ ਲੋਕ ਸਭਾ ਦੀ ਚੋਣਾਂ ਨੇ, ਹਰ ਇੱਕ ਦਾ ਇੱਕ ਫੇਸ ਵੈਲਿਊ, ਇਸ਼ੂਜ਼, ਮੁੱਦੇ, ਫੈਡਰਲ ਸਟਰਕਚਰ, ਉਹ ਸਭ ਕੁਝ ਅਲੱਗ ਹੁੰਦਾ ਹੈ। ਨਹੀਂ, ਮੈਂ ਉਹੀ ਤਾਂ ਗੱਲ ਕਰ ਰਿਹਾ ਵੀ ਜਦੋਂ ਤੁਸੀਂ ਹੋਣਾ ਹੀ ਇਕੱਠੇ ਹੈ, ਜਦੋਂ ਤੁਸੀਂ ਪਤਾ ਹੈ ਵੀ ਸਾਰਿਆਂ ਨੇ ਇਕੱਠੇ ਹੋ ਕੇ ਬਦਲਾਅ ਹੀ ਲੈ ਆਉਣਾ ਹੈ, ਫਿਰ ਉਹ ਨੋਟੀਫਿਕੇਸ਼ਨ ਤੇ ਉਹ ਚੀਜ਼ ਤੇ ਗੱਲ ਬਾਅਦ ਚ ਹੋ ਜਾਏਗੀ, ਉਹਦੀ ਕੋਈ ਮਾਨਤਾ ਹੀ ਨਹੀਂ ਰਹੂਗੀ। ਉਹ ਤੁਸੀਂ ਇਕੱਠੇ ਹੋ ਕੇ ਉਹ ਆਰਡੀਨੈਂਸ ਨੂੰ ਤੁਸੀਂ ਬਦਲ ਦਿਓ, ਇੱਕ ਨਵੇਂ ਤਰੀਕੇ ਦਾ ਆਰਡੀਨੈਂਸ ਤੁਸੀਂ ਲੈ ਆਓ। ਖੈਰ, ਨਹੀਂ, ਤੁਸੀਂ ਇਹ ਬਹੁਤ ਚੰਗਾ ਸਵਾਲ ਕੀਤਾ, ਬਟ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜੋ ਅੱਜ ਡਾਕਾ ਭਾਜਪਾ ਮਾਰ ਰਹੀ ਹੈ ਸੈਂਟਰ ਦੀ ਸੰਵਿਧਾਨ ਤੇ, ਅਸੀਂ ਵੀ ਹੈਵ ਟੂ ਇਨਸ਼ੋਰ ਕਿ ਉਹ ਡਾਕਾ ਕੱਲ ਨੂੰ ਸੈਂਟਰ ਤੇ ਕੋਈ ਹੋਰ ਜਿਹੜੀ ਸਰਕਾਰ ਆਵੇ ਉਹ ਨਾ ਮਾਰੇ। ਅੱਜ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਉਹ ਸਿਧਾਂਤਾਂ ਦੀ, ਸੰਵਿਧਾਨ ਦੀ ਲੜਾਈ ਹੈ। ਤੁਹਾਨੂੰ ਇਸ ਧੜੇ ਤੇ ਵਿਸ਼ਵਾਸ ਹੀ ਨਹੀਂ ਹੈਗਾ, ਤੁਹਾਨੂੰ ਇਹ ਵੀ ਕੋਈ ਹੋਰ ਵੀ ਸਰਕਾਰ ਆ ਸਕਦੀ ਹੈ। ਇੰਨੇ ਬੰਦੇ, 15 ਪਾਰਟੀਆਂ, 32 ਲੀਡਰ ਇਕੱਠੇ ਹੋ ਕੇ ਵੀ ਨਹੀਂ ਸਰਕਾਰ ਬਣਾ ਸਕਦੇ। ਮੈਂ ਉਹੀ ਤੁਹਾਨੂੰ ਕਹਿ ਰਿਹਾ, ਜੇ ਅੱਜ ਦੀ ਡੇਟ ਦੇ ਵਿੱਚ ਇਹ ਸੰਵਿਧਾਨਿਕ ਤੌਰ ਤੇ ਦੇਸ਼ ਦੇ ਸੰਵਿਧਾਨ ਦੇ ਨਾਲ ਨੇ, ਉਹ ਆਰਡੀਨੈਂਸ ਨੂੰ ਅਪੋਜ਼ ਕਰਦੇ ਆ, ਉੱਥੇ 12 ਪਾਰਟੀਆਂ ਗਈਆਂ ਰਾਜ ਸਭਾ ਦੀ ਮੈਂਬਰਸ਼ਿਪ ਵਾਲੀਆਂ, ਜਿਨ੍ਹਾਂ ਚੋਂ 11 ਨੇ ਸਪੋਰਟ ਕੀਤੀ ਹੈ, ਓਪਨ ਸਪੋਰਟ ਕੀਤੀ ਹੈ, ਤੇ ਸਿਰਫ ਇੱਕ ਕਾਂਗਰਸ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਹਜੇ ਚੁੱਪ ਹੈ। ਸਟੇਟ ਇਹਨਾਂ ਦੀ ਕਹਿੰਦੀ ਹੈ ਕਿ ਨਾ ਸਾਥ ਦਿਓ, ਸੈਂਟਰ ਕਹਿੰਦੇ ਕਿ ਵੀ ਹਾਂਜੀ ਅਸੀਂ ਬਾਅਦ ਚ ਆਪਣਾ ਵਿਚਾਰ ਦੱਸਾਂਗੇ। ਕਿਉਂ ਬਾਅਦ ਚ ਵਿਚਾਰ ਦੱਸੋਗੇ? ਇਹਦਾ ਮਤਲਬ ਕੁਝ ਅੰਦਰ ਪੱਕ ਰਿਹਾ, ਇਹਦਾ ਮਤਲਬ ਮੌਕੇ ਦੀ ਤਲਾਸ਼ ਹੋ ਰਹੀ ਹੈ। ਕਿਸ ਮੌਕੇ ਦੀ ਤਲਾਸ਼ ਕਰ ਰਹੇ ਹੈ ਕਿ ਵੀ ਹਾਂ ਸਿਰਫ ਇੱਕ ਚਿਹਰੇ ਨੂੰ ਅੱਗੇ ਲੈ ਕੇ ਆਣਾ ਹੈ ਜਾਂ ਸੰਵਿਧਾਨ ਨੂੰ ਅੱਗੇ ਲੈ ਕੇ ਆਣਾ, ਇਹ ਦੇਖਣ ਵਾਲੀ ਗੱਲ ਹੈ। ਤਲਾਸ਼ ਦੀ ਗੱਲ ਤਾਂ ਡਾਕਟਰ ਥਨ ਸਾਹਿਬ ਦੱਸ ਸਕਦੇ ਆ, ਕਿਉਂਕਿ ਕਈ ਸੂਬਿਆਂ ਦੇ ਵਿੱਚ ਇਹਨਾਂ ਦੇ ਪੁਰਾਣੇ ਸਾਥੀ ਰਹੇ ਆ ਜਿਹੜੇ ਹੁਣ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਆ। ਥਨ ਸਾਹਿਬ, ਡਰ ਕਿੰਨਾ ਕੁ ਹੈ, ਚਿੰਤਾ ਕਿੰਨੀ ਕੁ ਹੈ ਭਾਜਪਾ ਨੂੰ? ਹਾਲਾਂਕਿ 2014 ਦੇ ਮੁਕਾਬਲੇ 19 ਚ ਰਿਜ਼ਲਟ ਜ਼ਰੂਰ ਵਧੀਆ ਸੀ, ਪਰ ਉਸ ਤੋਂ ਬਾਅਦ ਜੇਕਰ ਸੂਬਾਈ ਪੱਧਰ ਦੇ ਉੱਤੇ ਦੇਖਦੇ ਆ, ਲਗਾਤਾਰ ਖੋਰਾ ਹੀ ਲੱਗ ਰਿਹਾ, ਭਗਵਾ ਰੰਗ ਜਿਹੜਾ ਹੈ ਉਹ ਦੂਰ ਹੁੰਦਾ ਜਾ ਰਿਹਾ, ਉਹਦਾ ਛਾਇਆ ਘਟਦਾ ਜਾ ਰਿਹਾ। ਦੇਖੋ ਧਾਲੀਵਾਲ ਸਾਹਿਬ, ਮੈਂ ਤਾਂ ਪਹਿਲਾਂ ਦੱਸਦਾ ਤੁਹਾਨੂੰ ਕਿ 2019 ਦੇ ਮੈਨੂੰ ਯਾਦ ਹੈ ਜਦੋਂ ਸੰਗਰੂਰ ਦੇ ਚੋਣਾਂ ਹੋ ਰਹੀਆਂ ਸੀ, ਤੇ ਉਦੋਂ ਸੀਐਮ ਸਾਹਿਬ ਜਿਹੜੇ ਸਾਡੇ ਮੌਜੂਦਾ ਨੇ, ਮਾਨਯੋਗ ਭਗਵੰਤ ਮਾਨ ਜੀ, ਉਦੋਂ ਇੱਕ ਗਾਣਾ ਗਾਉਂਦੇ ਹੁੰਦੇ ਸੀਗੇ, ਗੱਡੀ ਉੱਤੇ ਖੜੇ ਹੋ ਕੇ ਭੰਗੜਾ ਪਾ ਕੇ, ਥਾਪੀਆਂ ਮਾਰ ਕੇ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ। ਸੋ ਅੱਜ ਸੀਨ ਉਹੋ ਹੀ ਹੈ। ਨਹੀਂ ਸਰ, ਮੈਂ ਤਾਂ ਸਰ ਕੇਂਦਰੀ ਪੱਧਰ ਦੀ ਗੱਲ ਕਰ ਰਿਹਾ, ਜਿਹੜੀ ਮੁਲਕ ਦੀ 2024 ਦੀ ਰਾਜਨੀਤੀ ਲਈ ਹੈ। ਟੋਟਲ ਆ ਰਹੇ ਹਨ ਧਾਲੀਵਾਲ ਸਾਹਿਬ। ਸੋ ਜਿਹੜੀ ਗੱਲ ਹੈ ਕਿ ਇੱਕ ਗੱਲ ਬੜੀ ਇਸ ਮੀਟਿੰਗ 'ਚ ਸਪਸ਼ਟ ਆਈ ਹੈ, ਪਟਨਾ ਸਾਹਿਬ ਜਿਹੜੀ ਮੀਟਿੰਗ ਹੋਈ ਹੈ, ਕਿ ਚਾਹੇ ਮਮਤਾ ਬੈਨਰਜੀ ਹੋਣ, ਚਾਹੇ ਉਦਵ ਜੀ ਹੋਣ, ਚਾਹੇ ਅਖਿਲੇਸ਼ ਯਾਦਵ ਜੀ ਹੋਣ, ਚਾਹੇ ਹੋਰ ਕਈ ਲੀਡਰ ਹੋਣ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਗਰ ਹੁਣ ਵੀ ਭਾਜਪਾ ਨੂੰ ਨਹੀਂ ਹਰਾ ਸਕੇ ਤਾਂ ਅਸੀਂ ਕਦੀ ਨਹੀਂ ਜਿੱਤਾਂਗੇ ਬਾਅਦ ਵਿੱਚ। ਜਿਸ ਦਾ ਭਾਵ ਸਾਫ਼ ਹੈ ਕਿ ਉਹਨਾਂ ਨੂੰ ਇੰਨਾ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜਿੱਤ ਨਹੀਂ ਹੋ ਰਹੀ। ਮੋਦੀ ਜੀ ਸਾਫ਼ ਤੌਰ ਤੇ ਕਲੀਨ ਸਵੀਪ ਤੇ ਦੁਬਾਰਾ ਪੀਐਮ ਬਣ ਰਹੇ ਨੇ, ਔਰ ਇਸੇ ਡਰ ਨੂੰ ਲੈ ਕੇ ਹੀ ਇਹ ਸਾਰਾ ਕੁਝ ਹੋ ਰਿਹਾ। ਕੋਈ ਵਿਚਾਰ ਨਹੀਂ ਸਰ, ਉਹ ਕਹਿ ਰਹੇ ਆ ਕਿ ਜਿਸ ਤਰੀਕੇ ਨਾਲ ਤੁਸੀਂ ਸੰਘੀ ਢਾਂਚੇ ਦੀ ਸੰਘੀ ਘੁੱਟੀ ਹੋਈ ਹੈ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੈ ਕਿ ਇਲੈਕਸ਼ਨ ਦੇ ਵਿੱਚ ਕੀ ਹੋਵੇ ਕੀ ਨਾ ਹੋਵੇ। ਜਿਵੇਂ ਪਹਿਲਾਂ ਵੀ ਜਿਹੜੀਆਂ ਮਸ਼ੀਨਸ ਨੇ ਉਹਨਾਂ ਦੇ ਉੱਤੇ ਸਵਾਲ ਖੜੇ ਹੁੰਦੇ ਰਹੇ, ਉਹ ਕਹਿੰਦੇ ਵੀ ਅਸੀਂ ਇਕੱਠੇ ਹੋ ਕੇ ਇੱਕ ਵੱਡੀ ਤਾਕਤ ਨਾਲ ਲੜਾਂਗੇ ਇਸ ਤਾਕਤ ਦੇ ਖਿਲਾਫ। ਧਾਲੀਵਾਲ ਸਾਹਿਬ, ਹੁਣ ਤੁਸੀਂ ਇੱਕੋ ਗੱਲ ਕਹੀ ਕਿ ਉਸ ਤੋਂ ਬਾਅਦ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਭਗਵਾ ਰੰਗ ਘਟ ਰਿਹਾ, ਤਾਂ ਕੀ ਸਾਡੀਆਂ ਮਸ਼ੀਨਾਂ ਦੇ ਉਦੋਂ ਨਹੀਂ ਕੰਮ ਕਰ ਰਹੀਆਂ? ਇਹ ਸਭ ਜਦੋਂ ਤੁਸੀਂ ਹਾਰ ਜਾਂਦੇ ਹੋ ਤਾਂ ਉਦੋਂ ਇਲਜ਼ਾਮਬਾਜ਼ੀ, ਦੁਸ਼ਮਣਬਾਜ਼ੀ ਚੱਲਦੀ ਹੈ। ਸੱਚਾਈ ਇਹ ਹੀ ਹੈ ਕਿ ਅੱਜ ਮੋਦੀ ਜੀ ਦਾ ਕੱਦ ਔਰ ਉਸ ਤੋਂ ਸਾਰੀ ਆਪੋਜੀਸ਼ਨ ਡਰੀ ਬੈਠੀ ਹੈ, ਕੋਈ ਮੁੱਦਾ ਹੋਰ ਮਿਲ ਨਹੀਂ ਰਿਹਾ। ਕਿਵੇਂ ਜਿੱਤਿਆ ਜਾਵੇ ਦੇਸ਼ ਨੂੰ? ਕੋਈ ਵਿਕਾਸ ਦੀ ਗੱਲ ਨਹੀਂ ਕਰ ਰਿਹਾ। ਹਰ ਇੱਕ ਪਾਰਟੀ ਆਪਣੇ ਆਪ ਨੂੰ ਬਚਾਉਣ ਤੇ ਲੱਗੀ ਹੋਈ ਹੈ। ਕੋਈ ਕਹਿ ਰਿਹਾ ਤੁਸੀਂ ਆਰਟੀਕਲ 370 ਤੇ ਕਿਉਂ ਨਹੀਂ ਸਾਥ ਦਿੱਤਾ। ਥਿੰਦ ਸਾਹਿਬ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਜਿਹੜੀ ਪਾਰਟੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪਾਰਟੀ, ਵਨ ਲਾਰਜੈਸਟ ਪਾਰਟੀ ਹੋਣ ਦਾ ਕਲੇਮ ਕਰਦੀ ਹੈ, ਉਹ ਪਾਰਟੀ ਆਪਣੇ ਪਾਰਟੀ ਸਿੰਬਲ ਜਾਂ ਪਾਰਟੀ ਦੇ ਨਾਂ ਤੇ ਚੋਣ ਨਾ ਲੜ ਕੇ ਹਰ ਜਗ੍ਹਾ ਤੇ ਮੋਦੀ ਦੇ ਨਾਮ ਤੇ ਚੋਣ ਕਿਉਂ ਲੜਦੀ ਹੈ? ਕੋਈ ਇਨਸਿਕਿਉਰਿਟੀ ਹੈ? ਦੇਖੋ ਜੀ, ਮੋਦੀ ਜੀ ਸਾਡੇ ਲੀਡਰ ਨੇ ਔਰ ਲੀਡਰ ਦੇ ਨਾਮ ਤੇ ਬੀਜੇਪੀ ਤਾਂ ਕਹਿੰਦੀ ਹੈ ਬੀਜੇਪੀ ਦਾ ਕੋਈ ਲੀਡਰ ਹੀ ਨਹੀਂ ਹੈ, ਬੀਜੇਪੀ ਬਿਨਾਂ ਲੀਡਰ ਤੋਂ ਚੋਣ ਲੜਦੀ ਹੈ। ਬੀਜੇਪੀ ਦੀ ਫਿਲਾਸਫੀ ਤੇ ਇਹ ਕਹਿੰਦੀ ਹੈ ਕਿ ਹਰ ਵਰਕਰ ਸਾਡਾ, ਹਰ ਵਰਕਰ ਇੱਕ ਸਮਾਨ ਹੈ।
2014 ਦੇ ਵਿੱਚ ਇਹੀ ਗੱਲ ਕਾਂਗਰਸ ਕਹਿ ਰਹੀ ਸੀ, ਮਨਮੋਹਨ ਸਿੰਘ ਜੀ ਕਹਿ ਰਹੇ ਸੀ, ਰਾਹੁਲ ਜੀ ਕਹਿ ਰਹੇ ਸੀ ਕਿ ਜਦੋਂ ਰੌਲਾ ਪਿਆ ਸੀ ਕੌਣ ਪੀਐਮ ਬਣੇਗਾ ਬੀਜੇਪੀ ਵੱਲੋਂ, ਤਾਂ ਉਦੋਂ ਕਹਿ ਰਹੇ ਸੀ ਪਹਿਲੇ ਨਾਮ ਲਾਓ ਫਿਰ ਬਾਤ ਕਰਾਂਗੇ। ਤੇ ਅੱਜ ਜਦ ਸਾਡੇ ਕੋਲ ਅਸੀਂ ਨਾਮ ਦੇ ਰਹੇ ਹਾਂ, ਅੱਜ ਮੋਦੀ ਸਾਹਮਣੇ, ਤੇ ਇਹ ਵੀ ਤਾਂ ਮੋਦੀ ਤੋਂ ਡਰ ਰਹੇ ਨੇ। ਔਰ ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਹੈ, ਪੂਰਾ ਸੰਪੂਰਨ ਸੰਗਠਨ ਹੈ ਜੋ ਕਿ ਦੇਸ਼ ਦੇ ਸੰਵਿਧਾਨ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ। ਔਰ ਅੱਜ ਇਸੇ ਸੰਵਿਧਾਨ ਔਰ ਇਸੇ ਇੱਕ ਨੀਤੀ ਦੇ ਨਾਲ ਅੱਜ ਦੇਸ਼ ਪੂਰੀ ਤਰ੍ਹਾਂ ਵਿਕਾਸ ਤੇ ਹੈ ਔਰ ਵਿਰੋਧੀ ਧਿਰਾਂ ਦੇ ਕੋਲ ਕੋਈ ਮੁੱਦਾ ਨਹੀਂ ਹੈ। ਗੱਲ ਕਰਨਾ ਮੈਂ ਆਮ ਆਦਮੀ ਪਾਰਟੀ ਦੀ ਜਿਹੜੇ ਆਰਡੀਨੈਂਸ ਨਹੀਂ ਥਿੰਦ ਸਾਹਿਬ, ਸ਼ਾਇਦ ਤੁਸੀਂ ਸੁਣਦੇ ਨਹੀਂ ਜਾਂ ਤੁਹਾਨੂੰ ਪਤਾ ਨਹੀਂ, ਜਾਂ ਬੀਜੇਪੀ ਨੇ ਕਿਹਾ ਕਿ ਸੁਣਨ ਦੀ ਆਦਤ ਛੱਡ ਦਿਓ। ਤੁਸੀਂ ਕਹਿ ਰਹੇ ਮੁੱਦਾ ਨਹੀਂ, ਉਹਨਾਂ ਕੋਲ ਤਾਂ ਮੁੱਦਾ ਹੀ ਮੁੱਦਾ ਹੈ। ਮਹਿੰਗਾਈ ਦਾ ਮੁੱਦਾ ਉਹਨਾਂ ਕੋਲ ਹੈ, ਪੈਟਰੋਲ ਦਾ ਮੁੱਦਾ ਉਹਨਾਂ ਕੋਲ ਹੈ, ਬੇਰੁਜ਼ਗਾਰੀ ਦਾ ਉਹਨਾਂ ਕੋਲ ਹੈ, ਕਿਸਾਨੀ ਦਾ ਉਹਨਾਂ ਕੋਲ ਹੈ, ਨੌਜਵਾਨੀ ਦਾ ਉਹਨਾਂ ਕੋਲ ਹੈ, ਖਿਡਾਰੀਆਂ ਦਾ ਜੋ ਹਾਲ ਹੈ ਉਹਨਾਂ ਦੇ ਕੋਲ ਹੈ, ਔਰ ਜਿਹੜੀਆਂ ਘੱਟ ਗਿਣਤੀਆਂ ਦੀ ਇਨਸਿਕਿਉਰਿਟੀ ਦਾ ਮੁੱਦਾ ਉਹ ਤੁਹਾਡੀ ਵਿਰੋਧੀ ਧਿਰ ਦੇ ਕੋਲ ਹੈ। ਤੁਸੀਂ ਕਹਿੰਦੇ ਮੁੱਦਾ ਕੋਈ ਨਹੀਂ ਹੈ। ਦੇਖੋ ਇਹ ਸਾਰੇ ਮੁੱਦਿਆਂ ਦੇ ਉੱਤੇ ਬੀਜੇਪੀ ਨੇ ਕੰਮ ਕੀਤਾ, ਮੋਦੀ ਜੀ ਦੀ ਸਰਕਾਰ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਆ। ਥਿੰਦ ਸਾਹਿਬ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ, ਥਿੰਦ ਸਾਹਿਬ ਇੱਕ ਚੀਜ਼ ਪੁੱਛਣੀ ਚਾਹੁੰਦਾ, ਤੁਸੀਂ 2 ਵੀਲਰ ਯੂਜ਼ ਕਰਦੇ 4 ਵੀਲਰ? ਤੁਸੀਂ ਸਾਰੇ ਸਵਾਲਾਂ ਦੇ ਜਵਾਬ ਪੁੱਛ ਲੈ, ਸਵਾਲ ਦੇ ਲੈ, ਮੈਨੂੰ ਜਵਾਬ ਦੇ ਲੈਣ ਦਿਓ। ਮੈਂ 4 ਵੀਲਰ ਵੀ ਯੂਜ਼ ਕਰਦਾ, 2 ਵੀਲਰ ਵੀ ਯੂਜ਼ ਕਰਦਾ ਜੀ। ਡੀਜ਼ਲ ਪੈਟਰੋਲ ਦੇ ਰੇਟ ਪਤਾ ਹੈ? ਮੈਂ ਤਾਂ ਅੱਜ ਤੋਂ 3 ਸਾਲ ਪਹਿਲਾਂ ਅਮਰੀਕਾ ਦੇ ਵਿੱਚ 1 ਗੈਲਨ ਡੀਜ਼ਲ ਦਾ ਕੀ ਰੇਟ ਸੀ ਤੁਹਾਨੂੰ ਪਤਾ? $1.25। ਔਰ ਅੱਜ ਕੀ ਰੇਟ ਹੈ ਉੱਥੇ? ਕਰੀਬ $4.5। ਕਿੰਨਾ ਵਧਿਆ ਉੱਥੇ ਰੇਟ? ਯਾਨੀ ਕਿ ਗੁਣਾ। ਔਰ ਭਾਰਤ ਦੇ ਵਿੱਚ ਕਿੱਥੇ ਰਿਹਾ? ਪਿਛਲੇ 3 ਸਾਲਾਂ ਤੋਂ ਡੀਜ਼ਲ ਦੇ ਰੇਟ ਜਿਹੜੇ 90 ਤੋਂ 95 97 ਦੇ ਵਿੱਚ ਰਹਿ ਰਹੇ ਨੇ। ਸੋ ਇੱਥੇ ਤੁਸੀਂ ਦੇਖੋ, ਇਹ ਤੁਹਾਨੂੰ ਤਾਂ ਮੋਦੀ ਸਾਹਿਬ ਦਾ ਸਾਰਿਆਂ ਨੂੰ ਸ਼ੁਕਰਾਨ ਕਰਨਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਐਸੀ ਮਹਿੰਗਾਈ, ਇੰਟਰਨੈਸ਼ਨਲ ਲੈਵਲ ਤੇ ਮਹਿੰਗਾਈ ਹੋਣ ਦੇ ਬਾਵਜੂਦ ਅਸੀਂ ਆਪਣੇ ਦੇਸ਼ ਕੰਟਰੋਲ ਕਰ ਰਹੇ ਹਾਂ, ਆਪਣੀ ਜਨਤਾ ਦਾ ਸਾਥ ਦੇ ਰਹੇ ਹਾਂ। 80 ਕਰੋੜ ਦੇ ਕਰੀਬ ਜਿਹੜੇ ਲਾਭ ਪਾਤਰੀਆਂ ਨੂੰ ਅਸੀਂ ਰਾਸ਼ਨ ਦੇ ਰਹੇ ਹਾਂ। ਉਸ ਤੋਂ ਹੋਰ ਜੋ ਵੀ ਸਾਡੇ ਸਕੀਮਾਂ ਨੇ ਸਾਰੀਆਂ ਬਾਖੂਬੀ ਚੱਲ ਰਹੀਆਂ ਨੇ। ਆਪੋਜੀਸ਼ਨਸ ਅੱਜ ਪੂਰੀ ਤਰ੍ਹਾਂ ਸਹਿਮੀਆਂ ਹੋਈਆਂ ਨੇ, ਡਰੀਆਂ ਹੋਈਆਂ ਨੇ, ਕਿਉਂਕਿ ਉਹਨਾਂ ਨੂੰ ਸਾਹਮਣੇ ਹਾਰ ਨਜ਼ਰ ਆ ਰਹੀ ਹੈ। ਇਸ ਤੋਂ ਸਿਵਾਏ ਹੋਰ ਕੋਈ ਕਾਰਨ ਨਹੀਂ ਹੈ। ਉੱਥੇ ਹੁਣ ਜਿਹੜੇ ਮੈਂ ਇੱਕ ਜਵਾਬ ਜ਼ਰੂਰ ਦੇਣਾ ਚਾਹਾਂਗਾ ਅਰੋੜਾ ਸਾਹਿਬ ਦੇ ਸਵਾਲ ਦਾ, ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਆਰਡੀਨੈਂਸ ਵਾਲੀ ਗੱਲ ਕਰਾਂ। ਸੁਪਰੀਮ ਕੋਰਟ ਦੀ ਰੂਲਿੰਗ ਦੇ ਵਿੱਚ ਸਾਫ਼ ਤੌਰ ਤੇ ਪੈਰਾ 95 ਦੇ ਵਿੱਚ ਲਿਖਿਆ ਹੋਇਆ ਕਿ ਅਗਰ ਗਵਰਨਮੈਂਟ ਆਫ ਇੰਡੀਆ ਚਾਹੇ ਤਾਂ ਪਾਰਲੀਮੈਂਟ ਦੇ ਵਿੱਚ ਇਸ ਆਰਡੀਨੈਂਸ ਨੂੰ ਲੈ ਕੇ ਰਿਵਾਈਜ਼ ਕਰ ਸਕਦੀ ਆ। ਸੋ ਕਹਿਣ ਦਾ ਭਾਵ ਅਸੀਂ ਸੁਪਰੀਮ ਕੋਰਟ ਦੀ ਕਿਸੇ ਤਰ੍ਹਾਂ ਦੀ ਕੋਈ ਉਲੰਘਣਾ ਨਹੀਂ ਕੀਤੀ। ਸੰਵਿਧਾਨ ਤੋਂ ਖਤਰਾ ਤਾਂ ਮੈਂ ਕਹਾਂਗੇ ਆਮ ਆਦਮੀ ਪਾਰਟੀ ਤੋਂ, ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਉਹ ਬਿੱਲ ਲਿਆ ਤੇ ਜਿਨ੍ਹਾਂ ਦਾ ਕੋਈ ਗਿਣਤੀ ਨਹੀਂ ਹੈ। ਗੁਰਦੁਆਰਾ ਐਕਟ ਕੀ ਪੰਜਾਬ ਸਰਕਾਰ ਦੇ ਅੰਡਰ ਆਉਂਦਾ? ਗਵਰਨਰ ਵੀ ਵਾਈਸ ਚਾਂਸਲਰ ਲਗਾਉਣ ਵਾਲਾ ਉਹ ਕੀ ਸਟੇਟ ਦੇ ਅੰਡਰ ਆਉਂਦਾ? ਡੀਜੀਪੀ ਵਾਲਾ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਡੀਜੀਪੀ ਜਿਹੜੀ ਹੈ ਸਰਕਾਰ ਆਪਣੀ ਮਰਜ਼ੀ ਨਾਲ ਨਹੀਂ ਲਗਾ ਸਕਦੀ। ਸੋ ਸੰਵਿਧਾਨ ਤੋਂ ਖਤਰਾ ਤਾਂ ਇਹਨਾਂ ਲੋਕਾਂ ਤੋਂ ਹੈ। ਨਹੀਂ ਜੋ ਪੰਜਾਬ ਸਰਕਾਰ ਲੈ ਕੇ ਆਈ ਹੈ ਕੀ ਉਹ ਲਾਗੂ ਹੋ ਗਏ? ਕੀ ਹਕੀਕੀ ਰੂਪ ਚ ਅਮਲ ਚ ਆ ਸਕਦੇ ਆ ਬਿਨਾਂ ਗਵਰਨਰ ਦੀ ਮਨਜ਼ੂਰੀ ਤੋਂ? ਤੇ ਗੁੰਮਰਾਹ ਕਿਉਂ ਕਰ ਰਹੇ ਨੇ ਆਮ ਆਦਮੀ ਪਾਰਟੀ? ਵਿਧਾਨ ਸਭਾ ਦੇ ਸੈਸ਼ਨ ਸੱਦ ਕੇ ਪੰਜਾਬ ਦੇ ਕੀ ਹੋਰ ਮੁੱਦੇ ਨਹੀਂ ਹੈ ਜਿਨ੍ਹਾਂ ਤੋਂ ਕੰਮ ਕਰ ਸਕਦਾ? ਠੀਕ ਹੈ। ਇਸ ਕਰਕੇ ਸਿਰਫ ਗੁੰਮਰਾਹ ਦੀ ਰਾਜਨੀਤੀ ਚੱਲ ਰਹੀ ਹੈ। ਔਰ ਇਹ ਜੋ ਵਿਰੋਧੀ ਧਿਰਾਂ ਅੱਜ ਕੱਲ ਇਕੱਠੀਆਂ ਹੋਈਆਂ ਨੇ ਔਰ ਸ਼ਾਮ ਤੱਕ ਸਾਰਿਆਂ ਦੇ ਸੁਰ ਵੱਖਰੇ ਆਉਣੇ ਸ਼ੁਰੂ ਹੋ ਗਏ ਨੇ। ਧਾਰੀਵਾਲ ਜੀ ਠੀਕ ਹੈ। ਖੜਿਆਲ ਸਾਹਿਬ ਗੁੰਮਰਾਹ ਨਾ ਕਰਿਆ ਕਰੋ, ਗੁੰਮਰਾਹ ਦੀ ਰਾਜਨੀਤੀ ਨਾ ਕਰਿਆ ਕਰੋ। ਫਿਰ ਬੀਜੇਪੀ ਵੀ ਨਾ ਗੁੰਮਰਾਹ ਕਰਿਆ ਕਰੇ। ਜੇ ਇਹਨਾਂ ਨੂੰ ਬੜੀ ਤਕਲੀਫ ਹੈ ਵੀ ਵੱਖਰੇ ਵਿਚਾਰਧਾਰਾ ਵਾਲੀਆਂ ਪਾਰਟੀਆਂ ਇਕੱਠੀਆਂ ਕਿਉਂ ਹੋ ਰਹੀਆਂ, ਪਲੇਟਫਾਰਮ ਤੇ ਕਿਉਂ ਆ ਰਹੀਆਂ ਤੇ ਭਾਰਤੀ ਜਨਤਾ ਪਾਰਟੀ ਦਾ ਇਹ ਕਹਿਣਾ, ਇਹਨਾਂ ਦੇ ਲੀਡਰਸ ਨੇ ਨਾ ਕੱਲ ਇਹ ਗੱਲ ਕਹੀ ਵੀ ਇਹ ਕਮਜ਼ੋਰੀ ਦੀ ਨਿਸ਼ਾਨੀ ਹੈ, ਤੁਸੀਂ ਜਿੱਤ ਨਹੀਂ ਸਕਦੇ ਤਾਂ ਅਲਾਈਅੰਸ ਬਣਾਉਣੀ ਪੈ ਰਹੀ ਹੈ। ਮੈਂ ਬੀਜੇਪੀ ਨੂੰ ਫਿਰ ਇਹ ਰਾਏ ਦਊਂਗਾ ਕਿ ਆ ਤੁਹਾਡਾ ਤਰਕ ਹੈ, ਜੇ ਇਹ ਪਿੱਛ ਤੇ ਖੇਡਣਾ ਫਿਰ ਜਿਹੜੀ ਪਾਰਟੀ ਦੇ ਨਾਲ ਤੁਹਾਡੀ ਅਲਾਈਅੰਸ ਹੈ ਸਾਰਿਆਂ ਨਾਲ ਅਲਾਈਅੰਸ ਤੋੜੋ, ਕਿਉਂਕਿ ਉਹ ਨਿਸ਼ਾਨੀ ਹੈ ਕਮਜ਼ੋਰੀ ਦੀ ਤੁਹਾਡੇ ਹਿਸਾਬ ਨਾਲ, ਕਿਉਂਕਿ ਉਹਦਾ ਮਤਲਬ ਹੈ ਕਿ ਤੁਸੀਂ ਜਿੱਤ ਨਹੀਂ ਸਕਦੇ। ਸੋ ਜ਼ਿਆਦਾ ਦੋਹਰੇ ਮਾਪਦੰਡ ਛੱਡੋ ਜਾਂ ਅਲਾਈਅੰਸ ਪਾਰਟਨਰ ਛੱਡੋ। ਦੂਜੀ ਗੱਲ ਧਾਰੀਵਾਲ ਸਾਹਿਬ ਇਹ ਹੈ, ਤੁਸੀਂ ਤਾਂ ਸਵਾਲ ਵਧੀਆ ਕੀਤਾ ਸੀਗਾ ਡੀਜ਼ਲ ਪੈਟਰੋਲ ਦੇ ਰੇਟ ਤੇ ਇਹਨਾਂ ਨੇ ਅਮਰੀਕਾ ਦਾ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਇਹਨਾਂ ਨੂੰ ਇੱਕ ਸਿੰਪਲ ਗੱਲ ਪੁੱਛੂੰਗਾ, ਕਰੂਡ ਆਇਲ ਦਾ ਜਿਹੜਾ ਪ੍ਰਾਈਸ ਹੈ, ਜਿਹੜਾ ਰੇਟ ਹੈ, ਉਹ ਕਿੰਨਾ ਘਟ ਗਿਆ 2014 ਦੇ ਮੁਕਾਬਲੇ ਜਦੋਂ ਤੁਸੀਂ ਨਵੇਂ ਆਏ ਸੀਗੇ? ਉਹਦੇ ਬਾਵਜੂਦ ਤੁਸੀਂ ਬੈਨੀਫਿਟ ਪਾਸ ਆਨ ਕੀਤਾ ਲੋਕਾਂ ਨੂੰ। ਰੇਟ ਹਰੇਕ ਸਾਲ ਵਾਧਾ ਕਹਿੰਦੇ 100 ਕ੍ਰਾਸ ਕਰ ਗਿਆ। ਜੇ ਆਪਾਂ ਰੁਪਏ ਦੀ ਵੈਲਿਊ ਕੰਪੇਅਰ ਕਰੀਏ ਡਾਲਰ ਦੇ ਹਿਸਾਬ ਨਾਲ, ਕਹਿਣਗੇ ਜੀ ਰੁਪਏ ਜਿਹੜਾ ਰੇਟ ਹੈ, ਰੁਪਏ ਦਾ ਵੈਲਿਊ ਹੈ ਉਹ ਨਹੀਂ ਘਟ ਰਹੀ, ਡਾਲਰ ਤਕੜਾ ਹੋ ਰਿਹਾ ਹੈ। ਇਹ ਜੇ ਬੀਜੇਪੀ ਦੇ ਤਰਕ ਹੈ, ਜਿਹੜਾ ਬੰਦਾ ਮਤਲਬ ਬੀਜੇਪੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ। ਤੀਜੀ ਗੱਲ ਤੁਸੀਂ ਦੇਖੋ ਧਾਰੀਵਾਲ ਸਾਹਿਬ
ਕਿ ਕੱਲ ਜਿਹੜੀ ਮੀਟਿੰਗ ਸੀ ਉਹਦਾ ਏਜੰਡਾ ਬੜਾ ਸਿੰਪਲ ਸੀਗਾ, ਭਾਰਤ ਜੋੜੋ। ਬੀਜੇਪੀ ਦੀ ਆਈਡੀਓਲੋਜੀ ਦੇ ਖਿਲਾਫ ਹੈ, ਜੋ ਹੈ ਭਾਰਤ ਨੂੰ ਤੋੜੋ। ਤੇ ਬੀਜੇਪੀ ਨੇ ਨਾ ਇਹ ਤਾਨਾਸ਼ਾਹੀ ਰਾਜਨੀਤੀ ਕਰਕੇ, ਵੈਂਡੇਟਾ ਪੋਲਿਟਿਕਸ ਕਰਕੇ ਆਪਦੇ ਆਪ ਹੀ ਕਿਸੇ ਨੂੰ ਬਾਹਰ ਜ਼ੋਰ ਲਾਉਣ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਪਈ। ਆਪਦੇ ਆਪ ਪੂਰਾ ਦੇਸ਼ ਆਪਦੇ ਖਿਲਾਫ ਇਕੱਠਾ ਕਰ ਲਿਆ, ਪੂਰੀ ਪੋਲੀਟੀਕਲ ਪਾਰਟੀਆਂ ਆਪਦੇ ਖਿਲਾਫ ਇਕੱਠੀਆਂ ਕਰ ਲਈਆਂ, ਕਿਉਂਕਿ ਬੀਜੇਪੀ ਜਿਹੜੇ ਹਿਸਾਬ ਨਾਲ ਚੱਲ ਰਹੀ ਹੈ, ਚਾਹੇ ਮੀਡੀਆ ਆਊਟਲੈਟ ਹੋਵੇ ਚਾਹੇ ਆਪੋਜੀਸ਼ਨ ਪਾਰਟੀ ਹੋਵੇ, ਆਈਟੀ ਸੀਬੀਆਈ ਸੈਬੀ ਦੇ ਕੇਸ ਇਹਨਾਂ ਨੇ ਧੜਾ ਧੜ ਸਭ ਦੇ ਖਿਲਾਫ ਰਜਿਸਟਰ ਕੀਤੇ ਹੈ, ਕਿਉਂਕਿ ਆਵਾਜ਼ ਦਬਾਉਣਾ ਚਾਹੁੰਦੇ ਸੀ ਡਿਸੈਂਟ ਦੀ, ਡਿਫਰੈਂਸ ਇਨ ਓਪੀਨੀਅਨ ਦੀ। चाहे ममता बनर्जी के नेफ्यू अभिषेक बनर्जी हो, एम के स्टालिन, शरद पवार, चरणजीत चन्नी, अरविंद केजरीवाल, चाहे वो मीडिया आउटलेट्स हो, बीबीसी, एनडीटीवी, ऑल न्यूज़, दैनिक भास्कर हो, सारे। ते मैं एको गल कहूंगा तालीवाल साहब इत्थे कि भारतीय जनता पार्टी ना एक गल समझ ले कि ਜਿਹੜਾ ਤੁਸੀਂ ਹਾਊਸ ਆਫ ਕਾਰਡਸ ਖੜਾ ਕੀਤਾ ਸੀਗਾ ਝੂਠ ਦੇ ਬੇਸਿਸ ਤੇ, ਫਰੇਬ ਦੇ ਬੇਸਿਸ ਤੇ, ਧੋਖੇਧੜੀ ਦੇ ਬੇਸਿਸ ਤੇ, ਝੂਠੇ ਵਾਅਦੇ ਦੇ ਬੇਸਿਸ ਤੇ, ਉਹ ਟੁੱਟਣਾ ਸ਼ੁਰੂ ਹੋ ਚੁੱਕਿਆ ਹੈ। कर्नाटका हिमाचल ऑलरेडी हार चुके हो, 2024 हारन की तैयारी कर लो। आम आदमी पार्टी को मैं दो गल्लां कहूंगा, इत्थे आम आदमी पार्टी के बुलारे कह रहे हैं कि स्टेट इशू ना जी तुसीं बनाओ, गल इत्थे सेंटर दी हो रही है, वड्डियां गल्लां हो रही हैं, फिर तुसीं स्टेट इशू दिल्ली ऑर्डिनेंस दे इशू नूं क्यों सब दे मूहरे पेश कर रहे हो जी? ते जदों तुहानूं ਅਸੀਂ ਪੁੱਛਦੇ हैं कि जे कॉन्स्टिट्यूशन ਤੁਹਾਡੇ ਲਈ ਇੰਨਾ ਜ਼ਰੂਰੀ ਹੈ, ਫੈਡਰਲ ਢਾਂਚਾ ਇੰਨਾ ਜ਼ਰੂਰੀ ਹੈ, ਤੇ ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਿਆ ਸੀਗਾ ਆਰਟੀਕਲ 370 ਵਾਲੇ ਜੰਮੂ ਕਸ਼ਮੀਰ ਦੇ ਨਾਲ ਕਿਉਂ ਨਹੀਂ ਤੁਸੀਂ ਖੜੇ? ਤੀਜੀ ਗੱਲ, आम आदमी पार्टी एक सिंपल जी गल दसे, इन्होंने गल की कही, कहते क्योंकि ये चुप ने दिल्ली ऑर्डिनेंस के इशू ते, मतलब है कोई कॉन्स्पिरेसी चल रही है, कुछ ना कुछ तलाश कर रहे हो अपॉर्चुनिटी की। सो तुसी आरडीएफ ते थोड़ी हाईकमांड चुप है, बीबीएमबी ते थोड़ी हाईकमांड चुप है, होर बड़े मसला ते थोड़ी हाईकमांड चुप है, मतलब तुसी भी कंस्पायर कर रहे हो, मतलब तुसी भी कोई ना कोई अपना साजिश करने की कोशिश कर रहे हो, अपॉर्चुनिटी की उड़ीक कर रहे हो। सो आम आदमी पार्टी जो तर्क दूजे ਲਈ ਦਿੰਦੀ ਹੈ ਉਹ ਪਹਿਲਾਂ ਆਪਦੇ ਆਪ ਲਈ ਕੰਸੀਡਰ ਕਰਨਾ ਸ਼ੁਰੂ ਕਰੇ। ਤੇ ਬੀਜੇਪੀ ਨੂੰ ਮੈਂ ਇੱਕ ਚੀਜ਼ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਤਾਨਾਸ਼ਾਹ ਰਵੱਈਏ ਨਾਲ ਦੇਸ਼ ਨੂੰ ਚਲਾ ਰਹੀ ਹੈ, ਇਹਨਾਂ ਤੋਂ ਨਾ ਕਿਸਾਨ ਖੁਸ਼, ਨਾ ਇਹਨਾਂ ਤੋਂ ਯੁਵਾ ਖੁਸ਼, ਨਾ ਇਹਨਾਂ ਤੋਂ ਜਿਹੜੀ EMPLOYEES ਹੈ ਉਹ ਖੁਸ਼। 2 ਕਰੋੜ ਜੌਬਸ ਕਹਿੰਦੇ ਸੀ 1 ਸਾਲ ਦੀਆਂ ਦਵਾਂਗੇ, 2 ਲੱਖ ਜੌਬਸ ਇਹਨਾਂ ਤੋਂ ਦਿੱਤੀਆਂ ਗਈਆਂ, 10-10 ਲੱਖ ਜੌਬਸ ਰਿਕਾਰਡ ਆਈ ਇਹਨਾਂ ਨੇ 1 ਮਹੀਨੇ ਦੇ ਵਿੱਚ ਖੋਈਆਂ। 15 ਲੱਖ ਰੁਪਏ ਦਵਾਂਗੇ, ਡੀਜ਼ਲ, ਪੈਟਰੋਲ, ਗੈਸ, ਦਾਲ, ਪਨੀਰ, ਦਹੀਂ ਸਭ ਦੇ ਰੇਟ ਘਟਾਵਾਂਗੇ। ਘਟਨੇ ਤਾਂ ਦੂਰ ਦੀ ਗੱਲ ਹੈ, ਸਾਰੇ ਰੇਟ ਵੱਧ ਗਏ। ਫਿਰ ਕਹਿੰਦੇ ਸੀ ਕਿਸਾਨਾਂ ਦੀ ਇਨਕਮ ਡਬਲ ਕਰਾਂਗੇ 2022 ਤੱਕ, ਡਬਲ ਕਰਨੀ ਤਾਂ ਦੂਰ ਦੀ ਗੱਲ, ਤੁਸੀਂ ਉਹ ਵੀ ਸਲੈਸ਼ ਕਰਤੇ, ਸੁਸਾਈਡ ਵੀ ਵੱਧ ਗਏ। ਸੋ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਇਹ ਬੇਸਿਕਲੀ ਇੱਕੋ ਸਿੱਕੇ ਦੇ ਨਾ 2 ਪਹਿਲੂ ਹੈ। ਤੇ ਆਮ ਆਦਮੀ ਪਾਰਟੀ ਦਾ ਕੱਲ ਉਸ ਮੀਟਿੰਗ ਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਨਹੀਂ, ਕਹਿਣ ਤੋਂ ਭਾਵ ਵੀ ਫਿਰ ਅੱਗੇ ਨਹੀਂ ਇਕੱਠੇ ਹੋ ਰਹੇ, ਜਿਸ ਤਰੀਕੇ ਦੀ ਬਿਆਨਬਾਜ਼ੀ ਪਿਛਲੇ 16 ਘੰਟੇ ਤੋਂ ਆ ਰਹੀ ਹੈ, ਮਤਲਬ ਲੱਗਦਾ ਨਹੀਂ ਵੀ ਬਹੁਤ ਚਿਰ ਇਕੱਠੇ ਰਹੋਗੇ। ਇਹਦਾ ਜਵਾਬ ਇਹ ਹੈ, ਕੱਲ 15+ ਪਾਰਟੀਆਂ ਆਈਆਂ ਇੱਕ ਪਲੇਟਫਾਰਮ ਤੇ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਗਿਆ ਕਿ ਇਹਨਾਂ ਦਾ ਕੋਈ ਇਸ਼ੂ ਹੈ, ਕੋਈ ਕੰਸਰਨ ਹੈ, ਇਹਨਾਂ ਨੇ ਕੰਡੀਸ਼ਨ ਲਾ ਦਿੱਤੀ। ਲੇਕਿਨ ਉਹਦਾ ਇਹ ਮਤਲਬ ਨਹੀਂ ਹੈ ਕਿ ਬਾਕੀ 14 ਪਾਰਟੀਆਂ ਦੇ ਵਿੱਚ ਸਹਿਮਤੀ ਨਹੀਂ ਹੈ, ਕੋਆਰਡੀਨੇਸ਼ਨ ਨਹੀਂ ਉਧਰ ਪੂਰੀ ਹੈ। ਜੇ ਇੱਕ ਐਮਪੀ ਵਾਲੀ ਪਾਰਟੀ ਨੂੰ ਕੋਈ ਦਿੱਕਤ ਹੈ, ਉਹ ਆਪਣੀ ਦਿੱਕਤ ਸੋਲਵ ਕਰ ਲੈਣ ਭਾਈ, ਠੀਕ ਹੈ। ਆਮ ਆਦਮੀ ਪਾਰਟੀ ਦੋਹਰੇ ਮਾਪਦੰਡ ਨਾ ਅਪਣਾਵੇ। ਠੀਕ ਹੈ ਅਰੋੜਾ ਸਾਹਿਬ, ਦੋਹਰੇ ਮਾਪਦੰਡ ਦੇ ਇਲਜ਼ਾਮ ਵਾਰ-ਵਾਰ ਲੱਗ ਰਹੇ ਆ, ਪਰ ਮੈਂ ਇਹ ਪੁੱਛਣਾ ਚਾਹਨਾ ਵੀ ਏਕਾ ਤਾਂ ਦਿਖਾਤਾ, ਪਰ ਏਕੇ 'ਚ ਏਕਤਾ ਕਿੰਨੀ ਕੁ ਹੈ? ਦੇਖੋ, ਪਹਿਲੀ ਗੱਲ ਤਾਂ ਨਵਜੋਤ ਜੀ, ਜਿਹੜਾ ਇਹ ਇਸ਼ੂ ਹੈ, ਦਿਸ ਇਸ਼ੂ ਇਜ਼ ਵੈਰੀ ਸੀਰੀਅਸ। ਅਸੀਂ ਨਾ ਇੱਕ ਡਿਰੇਲ ਕਰੀ ਜਾਂਦੇ ਹਾਂ, ਕਦੀ ਆਰਡੀਐਫ ਦੀ ਗੱਲ ਕਰਕੇ ਜਾਂ ਕਦੇ ਇਹੋ ਜਿਹੀ ਗੱਲਾਂ ਕਰਕੇ। ਹਾਲਾਂਕਿ ਚੰਗੀ ਤਰ੍ਹਾਂ ਸਾਰਿਆਂ ਨੂੰ ਪਤਾ ਵੀ ਆਰਡੀਐਫ ਦਾ ਜਿਹੜਾ ਮੁੱਦਾ ਹੈ ਉਹ ਪੰਜਾਬ ਦਾ, ਤੇ ਕਹਿੰਦੇ ਦਿੱਲੀ 'ਚ ਉੱਥੇ ਪਾਸ ਕਰੋ। ਮਤਲਬ ਇਹ ਇਹੋ ਜਿਹੀ ਥੋੜ੍ਹੀ ਦੇਖੋ, ਸਾਨੂੰ ਡਿਬੇਟ ਕਰਨੀ ਇੱਕ ਪੋਲੀਟੀਕਲ ਮੈਚੋਰਿਟੀ 'ਤੇ। ਅੱਜ ਦੀ ਡੇਟ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ, ਹੁਣ ਵੀ ਦੱਸ ਰਿਹਾ ਕਿ ਸਟੇਟ ਦੇ ਮੁੱਦੇ ਤੋਂ ਉੱਤੇ ਉੱਠ ਕੇ ਦੇਖਣਾ ਹੈ ਜਿਹੜਾ ਸੈਂਟਰ ਦਾ ਇਲੈਕਸ਼ਨ 2024 ਦੇ ਵਿੱਚ ਲੜਨਾ ਹੈ। ਹੁਣ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਉਹਨੂੰ ਐਵੇਂ ਸ਼ੋਅ ਕੀਤਾ ਜਾ ਰਿਹਾ ਵੀ ਇਹ ਸਟੇਟ ਦਾ ਮੁੱਦਾ ਆਰਡੀਨੈਂਸ। ਮੈਂ ਤੁਹਾਨੂੰ ਪੁੱਛਦਾ ਨਵਜੋਤ ਜੀ, ਸੁਪਰੀਮ ਕੋਰਟ ਦਾ ਆਰਡਰ ਤੁਹਾਡੇ ਹੱਕ ਦੇ ਵਿੱਚ ਹੋਵੇ, ਠੀਕ ਹੈ, ਜੋ ਕਿ ਦਿੱਲੀ ਸਰਕਾਰ ਦੇ ਹੱਕ ਦੇ ਵਿੱਚ ਹੈ, ਬੜਾ ਕਲੀਅਰ ਕੱਟ ਹੈ ਕਿ ਸਰਵਿਸਿਜ਼ ਜੋ ਹੈਗੀਆਂ ਉਹ ਦਿੱਲੀ ਸਰਕਾਰ ਦਾ ਹੱਕ ਹਕੂਕ ਹੈ ਟ੍ਰਾਂਸਫਰ ਕਰਨਾ। ਦੂਜੀ ਗੱਲ ਪੈਰਾ 95 ਤੇ ਵੀ ਮੈਂ ਆ ਜਾਊਂਗਾ, ਉਹ ਵੀ ਡਾਕਟਰ ਸਾਹਿਬ ਨੇ ਗਲਤ ਦੱਸਿਆ ਕਿ ਵੀ ਹਾਂਜੀ ਆਰਡੀਨੈਂਸ। ਦੂਜੀ ਗੱਲ ਮੈਂ ਚਲੋ ਇੱਥੇ ਕਲੈਰੀਫਾਈ ਕਰ ਦਿੰਦਾ, ਪੈਰਾ 95 ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਲਿਖੀ ਹੋਈ। ਕਦੀ ਸੁਪਰੀਮ ਕੋਰਟ ਇਹੋ ਜਿਹੀ ਗੱਲ ਲਿਖ ਸਕਦਾ ਹੈ? ਮਤਲਬ ਮੈਂ ਕਹਿੰਦਾ ਕਿਸੇ ਨੂੰ ਪੈਰਾਗ੍ਰਾਫ 95 ਪੜ੍ਹਨ ਦੀ ਲੋੜ ਵੀ ਨਹੀਂ ਹੈ, ਕੋਈ ਸੁਪਰੀਮ ਕੋਰਟ ਇਹ ਲਿਖੇਗਾ। ਅਸੀਂ ਇਹ ਅੱਜ ਆਰਡਰ ਕਰ ਰਹੇ ਹਾਂ, ਪਰ ਕੱਲ ਰਾਤ ਨੂੰ ਸੈਂਟਰ ਜੋ ਹੈ ਆਰਡੀਨੈਂਸ ਲਿਆ ਕੇ ਸਾਡਾ ਆਰਡਰ ਜਿਹੜਾ ਹੈ ਉਹ ਖਾਰਿਜ ਕਰ ਸਕਦੀ। ਮਤਲਬ ਇਹੋ ਜਿਹੀ ਗੱਲਾਂ ਨਹੀਂ ਕਰਨੀ ਚਾਹੀਦੀਆਂ। ਤੀਜੀ ਗੱਲ, ਇਹ ਆਰਡੀਐਫ ਬੀਬੀਐਮਬੀ ਨੂੰ ਇੱਥੇ ਚੱਕੀ ਜਾ ਰਿਹਾ। ਆਰਡੀਐਫ ਤੇ ਬੀਬੀਐਮਬੀ ਦਾ ਜਿਹੜਾ ਮੁੱਦਾ ਹੈ ਉਹ ਸਟੇਟ ਦਾ ਐਕਸਕਲੂਸਿਵ ਮੁੱਦਾ ਹੈ,
ਪਾਣੀਆਂ ਦਾ ਮੁੱਦਾ ਹੈ ਜੋ ਕਿ ਸਟੇਟ ਲਿਸਟ ਦੇ ਵਿੱਚ ਦਿੱਤਾ ਹੋਇਆ ਹੈ, ਠੀਕ ਹੈ ਨਾ। ਪਰ ਜਿਹੜਾ ਆਰਡੀਨੈਂਸ ਦਾ ਮੁੱਦਾ ਹੈ ਉਸ ਤੋਂ ਪਤਾ ਲੱਗਦਾ ਇਹਨਾਂ ਦਾ ਸਟੈਂਡ। ਇੱਕ ਪਾਸੇ 370 ਦੀ ਗੱਲ ਕਰਦੇ, 370 ਦੀ ਮੈਂ ਤੁਹਾਨੂੰ ਕਲੈਰੀਫਿਕੇਸ਼ਨ ਪਹਿਲੇ ਉਹਦੇ 'ਚ ਦੇ ਦਿੱਤੀ ਸੈਗਮੈਂਟ, ਮੈਂ ਬਾਰ-ਬਾਰ ਉਸ ਚੀਜ਼ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ, ਠੀਕ ਹੈ। ਬਟ ਇੱਕ ਪਾਸੇ 370 ਦੀ ਗੱਲ ਕਰਦੇ, ਦੂਜੇ ਪਾਸੇ ਆਰਡੀਨੈਂਸ ਬਾਰੇ ਕਹਿੰਦੇ ਕਿ ਹਾਲਾਂਕਿ ਤੁਹਾਡੇ ਹੱਕ ਦੇ ਵਿੱਚ ਸੁਪਰੀਮ ਕੋਰਟ ਦਾ ਆਰਡਰ ਹੈ ਪਰ ਤੁਸੀਂ ਫਿਰ ਦੁਬਾਰਾ ਜਾਓ। ਮਤਲਬ ਇੱਕ ਮਤਲਬ ਮੈਨੂੰ ਸਮਝ ਵੀ ਨਹੀਂ ਆ ਰਿਹਾ ਕਿ ਮੈਂ ਇਸ ਗੱਲ ਦਾ ਕੀ ਰਿਬਟ ਕਰਾਂ ਕਿ ਵੀ ਜਦੋਂ ਇੱਕ ਕਾਮਨ ਸੈਂਸ ਕਹਿੰਦੀ ਹੈ ਕਿ ਹੱਕ ਤੁਹਾਡੇ ਹੱਕ ਦੇ ਵਿੱਚ ਹੈ ਸੁਪਰੀਮ ਕੋਰਟ ਦਾ ਆਰਡਰ, ਸਰੇਆਮ ਕਹਿੰਦਾ ਹੈ ਕਿ ਵੀ ਹਾਂਜੀ ਸਰਵਿਸਿਜ਼ ਜੋ ਹੈ ਉਹ ਦਿੱਲੀ ਸਰਕਾਰ ਦੇ ਅੰਡਰ ਹੈ। ਅੱਧੀ ਰਾਤ ਨੂੰ ਪਹਿਲੀ ਗੱਲ ਰਿਵਿਊ ਪਾਉਂਦਾ ਸੈਂਟਰ, ਰਿਵਿਊ ਟੇਕਅਪ ਨਹੀਂ ਹੋਇਆ ਅਜੇ ਤੱਕ ਸੁਪਰੀਮ ਕੋਰਟ 'ਚ, ਪਰ ਉਹ ਬਜਾਏ ਪਹਿਲਾਂ ਰਿਵਿਊ ਟੇਕਅਪ ਹੋਵੇ ਉਸ ਤੋਂ ਪਹਿਲਾਂ ਅੱਧੀ ਰਾਤ ਨੂੰ ਆਰਡੀਨੈਂਸ ਲਿਆ ਕੇ ਡਾਕਾ ਮਾਰਨ ਦੀ ਕੋਸ਼ਿਸ਼ ਕਰਦੇ ਆ। ਉੱਥੇ ਕਹਿੰਦੇ ਆ ਠੀਕ ਹੈ ਜੀ ਆਰਡੀਨੈਂਸ ਹੈ। ਜੇ ਪਿਛਲੇ ਕਈ ਸਾਲਾਂ ਤੋਂ ਸਰਵਿਸਿਜ਼ ਦਾ ਮੁੱਦਾ ਚੱਲ ਰਿਹਾ ਸੀਗਾ, ਜੇ ਉਸ ਵੇਲੇ ਸ਼ੀਲਾ ਦੀਕਸ਼ਿਤ ਦੀ ਕਾਂਗਰਸ ਦੀ ਸਰਕਾਰ ਲੜਨ ਦਾ ਮਾਦਾ ਨਹੀਂ ਰੱਖ ਸਕਦੀ ਸੀ ਸੈਂਟਰ ਦਾ, ਸਾਡਾ ਫਾਲਟ ਨਹੀਂ ਹੈ। ਅਸੀਂ ਲੜੇ ਆ, ਅਸੀਂ ਜਿੱਤੇ ਆ, ਜਿੱਤ ਕੇ ਅਸੀਂ ਜਨਤਾ ਦੇ ਕੋਲ ਆਏ ਆ ਕਿ ਵੀ ਹਾਂਜੀ ਆਹ ਦੇਖੋ ਸਾਡੇ ਨਾਲ ਧੱਕਾ ਹੋ ਰਿਹਾ ਹੈ। ਅੱਜ ਦੀ ਡੇਟ ਦੇ ਵਿੱਚ ਕਾਂਗਰਸ ਦਾ ਸਟੈਂਡ ਬਹੁਤ ਜ਼ਰੂਰੀ ਹੈ ਸਾਹਮਣੇ ਆਣਾ। ਮੈਂ ਦੁਬਾਰਾ ਦੱਸ ਰਿਹਾ, ਇਹ ਕਹਿੰਦੇ ਕਿ ਵੀ ਹਾਂਜੀ ਉਹ ਚਲਾਕੀ ਨਹੀਂ ਹੈ, ਕਿਉਂ ਨਹੀਂ ਆਪਣਾ ਸਟੈਂਡ ਕਲੀਅਰ ਕੀਤਾ? ਕਿਉਂ ਉੱਥੇ ਮਲਿਕਾ ਅਰਜੁਨ ਖੜਗੇ ਨੇ ਇਹ ਗੱਲ ਕੀਤੀ ਉਹਨਾਂ ਨੇ ਕਿ ਬਈ ਅਸੀਂ ਜਿਹੜਾ ਨੈਕਸਟ ਸੈਸ਼ਨ ਹੋਏਗਾ ਉਸ ਤੋਂ ਪਹਿਲਾਂ ਅਸੀਂ ਆਪਣਾ ਸਟੈਂਡ ਕਲੀਅਰ ਕਰਾਂਗੇ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕੋਈ ਲੁਕੀ ਛੁਪੀ ਰਾਜਨੀਤੀ ਚੱਲ ਰਹੀ ਹੈ ਨਾ, ਅੰਦਰ ਦਿਮਾਗ ਦੇ ਵਿੱਚ ਕੋਈ ਗੇਮ ਚੱਲ ਰਹੀ ਹੈ। ਕਿਉਂ ਨਹੀਂ ਆਪਣੇ ਕਾਰਡਸ ਜਿਹੜੇ ਹੈ ਤੁਸੀਂ ਟੇਬਲ ਤੇ ਰੱਖਦੇ? ਕਿਉਂ ਨਹੀਂ ਦੱਸਦੇ ਕਿ ਤੁਸੀਂ ਨਾਲ ਖੜੇ ਹੋ ਕਿ ਨਹੀਂ ਖੜੇ? ਕਿਉਂ ਨਹੀਂ ਦੱਸਦੇ ਕਿ ਤੁਸੀਂ ਸੰਵਿਧਾਨ ਦੇ ਹੱਕ ਦੇ ਵਿੱਚ ਖੜੇ ਹੋ ਕਿ ਨਹੀਂ ਖੜੇ? ਸੋ ਇਹੋ ਜਿਹੀ ਗੱਲਾਂ ਜਿਹੜੀਆਂ ਕਰਨੀਆਂ ਨਾ ਕਿ ਵੀ ਹਾਂਜੀ ਇਹ ਜੀ ਛੁੱਟੀਆਂ ਦੇ ਵਿੱਚ ਕਿਉਂ ਨਹੀਂ ਗਏ, ਇਹ ਜੀ ਆਰਡੀਐਫ ਦੇ ਕਿਉਂ ਨਹੀਂ ਗਏ, ਮਤਲਬ ਆਪਾਂ ਇੱਕ ਪੋਲੀਟੀਕਲ ਮੈਚੋਰਿਟੀ ਦੇ ਸਾਹਮਣੇ ਗੱਲ ਕਰ ਰਹੇ ਹਾਂ ਸਟੇਟ ਦੇ ਮੁੱਦੇ ਦੀ। ਜਾਂ ਤਾਂ ਤੁਸੀਂ ਕਹਿ ਦਿਓ ਕਿ ਵੀ ਹਾਂ ਜੋ ਸੈਂਟਰ ਨੇ ਆਰਡੀਨੈਂਸ ਪਾਸ ਕੀਤਾ ਉਹ ਠੀਕ ਸੀਗਾ, ਜਾਂ ਤਾਂ ਲੋ ਸਟੈਂਡ, ਜਨਤਾ ਨੂੰ ਪਤਾ ਲੱਗੇ ਕਿ ਤੁਸੀਂ ਕਿੱਥੇ ਖੜੇ ਹੋ। ਧਾਲੀਵਾਲ ਸਾਹਿਬ ਦਾ ਜਵਾਬ ਲਿਓ, 10 ਸੈਕਿੰਡ ਲੈਣੇ ਆ ਜੀ। ਧਾਲੀਵਾਲ ਸਾਹਿਬ ਇੱਕ ਗੱਲ ਇੱਥੇ ਸਪਸ਼ਟ ਕਰ ਦਈਏ, ਇੱਥੇ ਨਾ ਥੋੜੀ ਜਿਹੀ ਕਾਮਨ ਸੈਂਸ ਵਰਤਣੀ ਚਾਹੀਦੀ ਹੈ ਕਿ ਜਿਹੜੇ ਪ੍ਰਵਕਤਾ ਬੈਠੇ ਹੈ ਕਹਿੰਦੇ ਜੀ ਜੇ ਸਾਡੇ ਹੱਕ ਦੇ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਫਿਰ ਸਾਨੂੰ ਕੋਰਟ ਕਿਉਂ ਜਾਣਾ ਚਾਹੀਦਾ ਹੈ? ਫਿਰ ਤੁਹਾਡੇ ਸੁਪਰੀਮੋ ਕੇਜਰੀਵਾਲ ਸਾਹਿਬ ਨੇ ਕਿਉਂ ਕਿਹਾ ਵੀ ਜੁਲਾਈ ਦੇ ਵਿੱਚ ਅਸੀਂ ਕੋਰਟ ਜਾਵਾਂਗੇ? ਉਹਨਾਂ ਦੀ ਕਰੋ ਨਿੰਦਾ, ਉਹਨਾਂ ਨੂੰ ਕਰੋ ਕੰਨਿਆ ਦੀ ਡੇਟ ਦੇ ਵਿੱਚ ਵੀ ਉਹਨਾਂ ਨੇ ਗਲਤ ਗੱਲ ਕਹੀ ਹੈ। ਜੇ ਵਾਕਈ ਆਪਣੀ ਗੱਲ ਤੇ ਸਟੈਂਡ ਕਰਦੇ ਹੋ, ਜੇ ਵਾਕਈ ਤੁਸੀਂ ਤਰਕ ਨਾਲ ਗੱਲ ਕਰ ਰਹੇ ਹੋ ਤਾਂ ਆਪਣੇ ਸੁਪਰੀਮੋ ਨੂੰ ਪਹਿਲਾਂ ਕੰਡੈਮ ਕਰੋ। ਹੁਣ ਦੂਜੀ ਸਰ ਸਾਨੂੰ ਤੁਹਾਡੇ ਤੋਂ ਸਲਾਹ ਲੈਣ ਦੀ ਲੀਗਲ ਐਡਵਾਈਸ ਦੀ ਲੋੜ ਨਹੀਂ ਹੈ, ਤੁਸੀਂ ਇਹ ਲੀਗਲ ਐਡਵਾਈਸ ਜਾ ਕੇ ਕਾਂਗਰਸ ਨੂੰ ਦਿਓ। ਅਸੀਂ ਆਪਣੇ ਜਿਹੜੇ ਸਟੈਪਸ ਲੈਣੇ ਅਸੀਂ ਆਪਣੇ ਹਿਸਾਬ ਨਾਲ ਲੈ ਲੈਣੇ ਆ। ਸੋ ਇਹ ਗੱਲਾਂ ਕੀ ਕਰਦੇ ਆ, ਕਹਿੰਦੇ ਸਾਰੇ ਸਾਡੇ ਲਈ ਆ ਕੇ ਖੜੇ ਹੋ ਜਾਓ ਜੀ। ਆ ਦਿੱਲੀ ਦਾ ਮਸਲਾ ਸਭ ਤੋਂ ਜ਼ਰੂਰੀ ਹੈ, ਸੈਂਟਰ ਦਾ ਇਲੈਕਸ਼ਨ ਹੈ ਉਹ ਬਾਅਦ ਚ ਆਉਂਦਾ ਹੈ, ਹੋਰ ਚੀਜ਼ਾਂ ਆਉਂਦੀਆਂ ਬਾਅਦ ਚ ਆਉਂਦੀਆਂ, ਜੰਮੂ ਕਸ਼ਮੀਰ ਦੀ ਆਰਡੀਐਫ ਦੀ ਬੀਬੀਐਮ। ਇਹ ਦਿੱਲੀ ਦਾ ਮਸਲਾ ਨਹੀਂ ਹੈ, ਸਾਡਾ ਮੁੱਦਾ ਪਹਿਲਾਂ ਆਉਂਦਾ ਹੈ। ਮੈਂ ਇੱਕ ਗੱਲ ਕਹੂੰਗਾ ਧਾਲੀਵਾਲ ਸਾਹਿਬ, ਇਹ ਜਸਟ ਹੈ ਕਿ ਆਮ ਆਦਮੀ ਪਾਰਟੀ ਐਕਸਪੈਕਟ ਕਰਦੀ ਹੈ ਹਰੇਕ ਮੁੱਦੇ ਤੇ ਸਾਰੇ ਪ੍ਰਾਇੋਰਟਾਈਜ਼ ਇਹਨਾਂ ਨੂੰ ਕਰਨ, ਲੇਕਿਨ ਇਹ ਕਿਸੇ ਹੋਰ ਨੂੰ ਪ੍ਰਾਇੋਰਟਾਈਜ਼ ਕਰਕੇ ਰਾਜ਼ੀ ਨਹੀਂ, ਕਿਸੇ ਹੋਰ ਦਾ ਮੁੱਦਾ ਆਪਦਾ ਬਣਾ ਕੇ ਰਾਜ਼ੀ ਨਹੀਂ। ਕਹਿਣਗੇ ਵਾਰ-ਵਾਰ ਜੀ ਅਸੀਂ ਆਰਡੀਐਫ ਤੇ ਕੋਈ ਸਟੈਂਡ ਲਈਏ, ਇਹ ਕਨਸਟੀਟਿਊਸ਼ਨ ਦਾ ਮੁੱਦਾ ਤਾਂ ਹੈ ਹੀ ਨਹੀਂ। ਕਨਸਟੀਟਿਊਸ਼ਨਲ ਮੈਟਰਸ ਤੇ ਆ ਜਾਓ। ਜਦੋਂ ਇਹਨਾਂ ਨੇ ਕਨਸਟੀਟਿਊਸ਼ਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਖੜੇ ਹੋ ਦੂਜੇ ਸੂਬੇ ਨਾਲ? ਉਹਦਾ ਜਵਾਬ ਹੈ ਨਹੀਂ। ਤੇ ਜੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਤੁਹਾਡੇ ਨਾਲ ਦੂਜੀ ਪਾਰਟੀਆਂ ਆ ਕੇ ਪਲੇਟਫਾਰਮ ਤੇ ਖੜੀਆਂ ਹੋਣ ਤਾਂ ਤੁਹਾਨੂੰ ਵੀ ਉਹਨਾਂ ਲਈ ਖੜੇ ਹੋਣਾ ਪਊਗਾ, ਤੁਹਾਨੂੰ ਵੀ ਖੜੇ ਹੋਣਾ ਚਾਹੀਦਾ। ਨੈਤਿਕਤਾ ਇਹ ਡਿਮਾਂਡ ਕਰਦੀ ਹੈ ਕਿ ਜੇ ਬੀਬੀਐਮਬੀ ਨਹੀਂ ਤੁਸੀਂ ਗੱਲ ਕਰ ਸਕਦੇ, ਆਰਡੀਐਫ ਨਹੀਂ ਕਰ ਸਕਦੇ, ਐਸਵਾਈਐਲ ਤੇ ਕਰ ਲਓ। ਤੁਹਾਡੇ ਸੁਪਰੀਮੋ ਨੇ ਕੀ ਬਿਆਨ ਦਿੱਤਾ? ਦੋਨੇ ਸੂਬਿਆਂ ਦਾ ਹੱਕ ਹੈ ਜੀ ਪਾਣੀ ਤੇ, ਦੋਨੇ ਸੂਬਿਆਂ ਦਾ। ਤੁਸੀਂ ਤਾਂ ਇਹ ਗੱਲਾਂ ਕਰੋ, ਪੰਜਾਬ ਨਾਲ ਵਿਤਕਰਾ ਕਰੋ, ਪੰਜਾਬ ਨੂੰ ਪੁੰਜੇ ਲਾਉਣ ਦੀ ਕੋਸ਼ਿਸ਼ ਕਰੋ। ਤੇ ਅਸੀਂ ਜੇ ਤੁਹਾਨੂੰ ਸਵਾਲ ਕਰਦੇ ਹਾਂ ਵੀ ਤੁਸੀਂ ਪੰਜਾਬ ਲਈ ਕੀ ਕਰਨੇ ਤਿਆਰ ਹੋ, ਨਾ ਜੀ ਤੁਸੀਂ ਸਾਡੇ ਲਈ ਸਪੋਰਟ ਕਰੋ, ਤੁਸੀਂ ਸਾਡੇ ਲਈ ਸਟੈਂਡ ਲਓ, ਅਸੀਂ ਤਾਂ ਕਿਸੇ ਵੀ ਸਟੈਂਡ ਨਹੀਂ ਲਵਾਂਗੇ। ਸੋ ਦੋਹਰੇ ਮਾਪਦੰਡ, ਡਬਲ ਸਟੈਂਡਰਡ ਛੱਡੋ। ਇਹ ਤਾਂ ਥੋੜੀ ਜਿਹੀ ਕਾਮਨ ਸੈਂਸ ਤੇ ਮੈਚੁਰਿਟੀ ਨਾਲ ਤੁਸੀਂ ਗੱਲਾਂ ਕਰਿਆ ਕਰੋ, ਕਿਉਂਕਿ ਇਹ ਮੈਚੁਰਿਟੀ ਦੀ ਗੱਲ ਨਹੀਂ ਹੈ, ਇਹ ਕਾਮਨ ਸੈਂਸ ਦੀ ਗੱਲ ਨਹੀਂ ਹੈ, ਇਹ ਲੌਜੀਕਲ ਗੱਲ ਹੈ। ਉਸ ਤੇ ਚੱਲੇ ਸੇਮ ਚੀਜ਼ ਰਿਪੀਟ ਕਰ ਰਹੇ, ਮੇਰਾ ਜਵਾਬ ਕਰਕੇ ਚਲੇ ਜਾਂਦੇ ਆ। ਚਲੋ ਠੀਕ, ਮੈਂ ਇੱਕ ਮਿੰਟ ਬਸ ਇੱਕ ਸੈਕਿੰਡ ਦੱਸਦਾ। ਇੱਕ ਪਾਲਿਸੀ ਜਿਹੜੀ ਬੀਜੇਪੀ ਤੇ ਕਾਂਗਰਸ ਦੀ ਬੜੀ ਸਹੀ ਹੈ ਕਿ ਝੂਠ ਇੱਕ ਵਾਰੀ ਬੋਲੋ, ਨਹੀਂ ਕਿਸੇ ਨੂੰ ਸਮਝ ਆਉਂਦਾ, ਕੋਈ ਨਹੀਂ ਕਨਵਿੰਸ ਹੁੰਦਾ, ਦੂਜੀ ਵਾਰੀ ਬੋਲੋ, ਤੀਜੀ ਵਾਰੀ ਬੋਲੋ, ਬਸ ਝੂਠ ਤੇ ਝੂਠ ਬੋਲੀ ਜਾਓ। ਇੱਕ ਸਟੇਜ ਇਹੋ ਜਿਹੀ ਆਉਂਦੀ ਹੈ ਕਿ ਵੀ ਲੋਕਾਂ ਨੂੰ ਲੱਗਣਾ ਚਾਹੁੰਦਾ ਯਾਰ ਇਹ ਸੱਚੀ ਤਾਂ ਨਹੀਂ ਹੈ ਕਿਧਰੇ। ਜਿਹੜੀਆਂ ਗੱਲਾਂ ਕਰ ਰਹੇ ਆ ਆਰਡੀਐਫ ਦੀ ਕਿ ਜਦੋਂ ਇਹਨਾਂ ਦੇ ਸਪੋਕਸ ਪਰਸਨ ਨੂੰ ਪਤਾ ਹੀ ਨਹੀਂ ਕਿ ਪੰਜਾਬ ਨੇ ਆਰਡੀਐਫ ਤੇ ਕੀ ਸਟੈਂਡ ਲਿਆ, ਪੰਜਾਬ ਨੇ ਬੀਬੀਐਫ ਤੇ ਕੀ ਸਟੈਂਡ ਲਿਆ, ਤੇ ਫਿਰ ਇਹਦੇ ਚ ਲੈਕ ਆਫ ਨੌਲੇਜ ਜੋ ਹੈ ਨਾ ਉਹਦੇ ਚ ਸਾਡਾ ਕਸੂਰ ਨਹੀਂ ਹੈ। ਇਹ ਪੰਜਾਬ ਦੀ ਗੱਲਾਂ ਕਰ ਰਹੇ, ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਪਤਾ ਨਹੀਂ ਕਿ ਆਰਡੀਐਫ ਦੇ ਰਿਲੇਟਡ ਮਤਾ ਪਾਸ ਹੋਇਆ ਕਿ ਨਹੀਂ ਹੋਇਆ। ਆਰਡੀਐਫ ਦੇ ਵਿੱਚ ਮੈਂ ਤੁਹਾਨੂੰ ਅੱਜ ਆਰਡੀਐਫ ਦਾ ਇੱਕ ਸਿੰਪਲ ਜਿਹਾ ਕੰਸੈਪਟ ਦੱਸ ਦਿੰਦਾ ਕਿ ਇੱਕ ਜਦੋਂ ਵੀ ਪ੍ਰੋਕਿਉਰਮੈਂਟ ਸੀਜ਼ਨ ਸਟਾਰਟ ਹੁੰਦਾ ਨਾ ਨਵਜੋਤ ਜੀ, ਪ੍ਰੋਕਿਉਰਮੈਂਟ ਸੀਜ਼ਨ ਜਿਹੜਾ ਹੈ
ਜਦੋਂ ਸਟਾਰਟ ਹੁੰਦਾ ਉਸ ਤੋਂ ਪਹਿਲਾਂ FCI ਦੇ ਨਾਲ ਇੱਕ ਕੰਟਰੈਕਟ ਹੁੰਦਾ ਜੀ। ਉਹਦੇ 'ਚ ਇੱਕ ਪ੍ਰੀ ਇੰਟੈਂਸ਼ਨ ਦੇ ਨਾਲ ਉੱਥੇ ਇਹ ਗੱਲ ਤੈਅ ਹੁੰਦੀ ਹੈ ਜੀ। ਕਿ ਜਦੋਂ ਜਿੰਨੀ ਵੀ ਆਮਦ ਹੋਏਗੀ ਕਣਕ ਦੀ ਤੇ ਰਾਈਸ ਦੀ ਪੈਡੀ ਦੀ ਜੀ, ਉਹ ਆਮਦ ਦੇ ਜਦੋਂ ਬਿੱਲ ਆਣਗੇ ਉਹਦੇ ਉੱਪਰ 2% ਜਾਂ 3% RDF ਸੈਂਟਰ ਦੇਗਾ। ਇਹ ਤੈਅ ਹੁੰਦਾ ਹੈ। ਉਸ ਤੋਂ ਬਾਅਦ ਆਮਦ ਹੁੰਦੀ ਹੈ। ਆਮਦ ਹੁਣ ਹੋ ਗਈ ਸਾਰੇ ਸੀਜ਼ਨ ਦੀ 2-2 3-3 ਸਾਲ ਦੀ ਆਮਦ ਕਰਨ ਤੋਂ ਬਾਅਦ ਉਹ ਫੋਟੋਆਂ ਲਾ ਕੇ ਠੱਪੇ ਮੋਦੀ ਜੀ ਦੇ ਸਾਰੇ ਦੇਸ਼ ਦੇ ਵਿੱਚ ਵੰਡ ਦਿੱਤੇ ਗਏ ਅਨਾਜ, ਪੰਜਾਬ ਤੋਂ ਅਨਾਜ ਲੈ ਕੇ। ਹੁਣ ਜਦੋਂ ਜਿਹੜੀ ਤੈਅਸ਼ੁਦਾ ਜਿਹੜੇ ਪੈਸੇ ਆ RDF ਦੇ ਜਦੋਂ ਉਹ ਦੇਣੇ ਆ ਤੇ ਉਹਦੇ ਉੱਪਰ ਇਹਨਾਂ ਨੇ ਇਸ਼ੂ ਚੱਕਣੇ ਸ਼ੁਰੂ ਕਰਤੇ ਜੀ ਇਹਦੇ 'ਚ ਇਹ ਗੜਬੜ। ਜਦੋਂ ਜਿਹੜੀ ਚੀਜ਼ ਤੈਅ ਹੋ ਗਈ ਹੈ ਤੁਸੀਂ ਉਹਦਾ ਲਾਹਾ ਲੈ ਲਿਆ ਤੇ ਤੁਸੀਂ ਉਹ ਪੈਸੇ ਕਿਉਂ ਨਹੀਂ ਦੇ ਰਹੇ? ਤੇ ਉਹਦੇ ਉੱਪਰ ਤੁਸੀਂ ਕਾਂਗਰਸ ਦਾ ਸਟੈਂਡ ਦੇਖ ਲਓ। ਕਾਂਗਰਸ ਜਾਣਬੁੱਝ ਕੇ ਪੰਜਾਬ ਦੀ ਜਿਹੜੀ ਜਮਹੂਰੀਅਤ ਹੈ, ਜਿਹੜੇ ਹੱਕ ਹੈ, ਉਹਨਾਂ ਨੂੰ ਢਾਹ ਲਾਉਂਦੀ ਹੈ। ਉਹਨਾਂ ਨੂੰ ਪਤਾ ਵੀ RDF ਜਾਂ ਤਾਂ ਕਹਿ ਦੇਣ RDF ਦਾ ਕਨਸੈਪਟ ਨਹੀਂ ਪਤਾ ਇਹਨਾਂ ਨੂੰ, ਜਾਂ ਤਾਂ ਕਹਿ ਦੇਣ ਕਿ ਵੀ ਹਾਂਜੀ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੇ ਟਾਈਮ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਨੇ ਠੱਗੀਆਂ ਮਾਰੀਆਂ, ਜਾਂ ਤਾਂ ਕਹਿ ਦੇਣ ਜਾਂ ਤਾਂ ਸਟੈਂਡ ਲੈਣ। ਮੈਂ ਦੱਸਦਾ, ਮੈਨੂੰ ਦੱਸਣ ਕਿ RDF ਦੇ ਉੱਪਰ ਕਿਹੜੀ ਲੈਟਰ ਲਿਖੀ ਹੈ ਇਹਨਾਂ ਨੇ, BBMP ਤੇ ਕੀ ਲੈਟਰ ਲਿਖੀ ਹੈ, ਦੱਸੋ ਕੀ ਲੈਟਰ ਲਿਖੀ ਹੈ? ਲੋਕਾਂ ਨੂੰ ਕੁਰਾਹੇ ਪਾ ਰਹੇ ਹੈ ਬਾਰ-ਬਾਰ ਇੱਕ ਮੁੱਦੇ ਚੱਕ ਕੇ। ਜੀ ਜੂਨ 'ਚ ਕਿਉਂ ਨਹੀਂ ਪਾ ਰਹੇ, ਜੁਲਾਈ 'ਚ ਕਿਉਂ ਨਹੀਂ ਪਾ ਰਹੇ ਪਟੀਸ਼ਨ? ਮਤਲਬ ਲਿਟਰਲੀ ਵਟਵਾਉਟੀ ਚੱਲ ਰਹੀ ਹੈ। ਤੁਸੀਂ ਪਹਿਲਾਂ ਆਪਣਾ ਦੱਸੋ, ਤੁਸੀਂ ਆਪਣਾ ਦੱਸੋ ਪਹਿਲਾਂ ਕਿ ਆਰਡੀਨੈਂਸ ਦਾ ਸਾਥ ਦੇ ਰਹੇ ਹੋ ਕਿ ਨਹੀਂ ਦੇ ਰਹੇ? ਆਪਣਾ ਸਟੈਂਡ ਤਾਂ ਕਲੀਅਰ ਕਰੋ। ਕੀ ਤੁਹਾਡੇ ਦਿਮਾਗ 'ਚ ਪਲਾਨ ਚੱਲ ਰਿਹਾ, ਕੀ ਤੁਹਾਡੇ ਦਿਮਾਗ 'ਚ ਚਾਲਾਂ ਚੱਲ ਰਹੀਆਂ? ਦੱਸੋ ਡਰਦੇ ਕਿਉਂ? ਤੁਸੀਂ ਡਰਦੇ ਕਿਉਂ? ਮੈਨੂੰ ਆਹ ਦੱਸੋ ਕਿਉਂ ਡਰ ਰਹੇ ਹੋ? ਕੀ ਤੁਹਾਡੇ ਦਿਮਾਗ 'ਚ ਪਲਾਨ ਚੱਲ ਰਿਹਾ? ਕਿਉਂ ਨਹੀਂ ਆਰਡੀਨੈਂਸ ਦਾ ਸਾਥ ਦੇ ਰਹੇ? ਤੁਸੀਂ ਦੱਸੋ ਜਮਹੂਰੀਅਤ ਦੇ ਹੱਕ ਦੇ ਵਿੱਚ ਹੋ ਕਿ ਨਹੀਂ ਹੋ? ਤੁਸੀਂ ਮੈਨੂੰ ਇਹ ਕਲੀਅਰ ਕਰੋ ਕਿ ਅੱਜ ਦੀ ਡੇਟ ਦੇ ਵਿੱਚ ਸੈਂਟਰ 'ਚ ਡਾਕਾ ਪਾ ਰਿਹਾ, ਤੁਸੀਂ ਕੀ ਉਸ ਡਾਕੇ ਦੇ ਹੱਕ 'ਚ ਹੋ, ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਕੱਲ ਨੂੰ ਸੈਂਟਰ ਤੁਹਾਡੀ ਸਰਕਾਰ ਆਵੇ ਤੇ ਡਾਕਾ ਮਾਰਨ ਦੀ ਲੋੜ ਤੁਹਾਨੂੰ ਵੀ ਪੈ ਜਾਏਗੀ? ਤੁਸੀਂ ਇਹ ਦੱਸੋ ਮੈਨੂੰ ਪਹਿਲਾਂ। ਮੈਂ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਬੁਲਾਰੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ BJP ਦੇ ਬੁਲਾਰੇ ਇਸ ਚਰਚਾ ਦੇ ਵਿੱਚ ਬਹੁਤ ਖੁੱਲ੍ਹ ਕੇ ਤੁਹਾਡੇ ਤੇ ਹੱਸ ਰਹੇ ਆ ਵੀ ਸਾਡੇ ਖਿਲਾਫ ਇਕੱਠੇ ਹੋਏ ਸੀਗੇ, ਇਹ ਤਾਂ ਆਪਸ 'ਚ ਹੀ ਖਿਲਾਫ ਹੋ ਗਏ ਇੱਕ ਦੂਸਰੇ ਦੇ। ਥਨ ਸਾਹਿਬ ਕੈਂਪੀ ਵਾਲੀ ਪਾਰਟੀ ਜੇ ਨਹੀਂ ਵੀ ਬਣਦੀ, ਨਹੀਂ ਵੀ ਯੂਨਿਟੀ ਚਾਹੁੰਦੀ, ਕੋਈ ਫਰਕ ਨਹੀਂ ਕਿਸੇ ਨੂੰ ਕੋਈ। ਉਹ ਸਰ ਇਹਨਾਂ ਦੀ 3 ਸੀਟਾਂ ਪੂਰੇ ਦੇਸ਼ 'ਚ ਇੰਡੀਵਿਜੂਅਲ, ਉਸ ਤੋਂ ਬਾਅਦ ਕੋਲੀਸ਼ਨ ਹੈ। BJP ਦੀ 4 ਸੀਟਾਂ ਹੈ। ਇਹ ਗੱਲਾਂ ਕਰਦੇ ਇਹਨਾਂ ਨੂੰ ਪਤਾ ਨਹੀਂ, ਕਹਿੰਦੇ ਇੱਕ MP। ਇਹਨਾਂ ਨੂੰ ਇਹ ਨਹੀਂ ਪਤਾ ਕਿ ਆਰਡੀਨੈਂਸ ਪਾਸ ਕਰਨ ਵਾਸਤੇ ਰਾਜ ਸਭਾ ਤੇ ਚਾਹੀਦਾ ਹੈ। ਜਿਹੜੇ ਇਨਸਾਨ, ਮੈਨੂੰ ਇੱਕ ਗੱਲ ਦੱਸੋ, ਇਹਨਾਂ ਨੂੰ ਨਵਜੋਤ ਜੀ ਤੁਸੀਂ ਕਲੀਅਰ ਕਰ ਦਿਓ ਕਿ ਆਰਡੀਨੈਂਸ ਦਾ ਮੁੱਦਾ ਅਸੀਂ ਰਾਜ ਸਭਾ 'ਚ ਲਈ ਲੈ ਰਹੇ ਹਾਂ, ਲੋਕ ਸਭਾ ਲਈ ਲੈ ਰਹੇ ਹਾਂ। ਇਹਨਾਂ ਨੂੰ ਇਹ ਨਹੀਂ ਪਤਾ। ਇੱਕ ਮਿੰਟ, ਨਹੀਂ ਨਵਜੋਤ ਜੀ, ਇਹ ਬੜਾ ਜ਼ਰੂਰੀ ਹੈ। ਇਹ ਇੱਕ ਮਖੌਲ ਬਣਾਇਆ ਹੋਇਆ ਜਿਸ ਚੀਜ਼ ਦੀ ਨੌਲੇਜ ਨਹੀਂ ਹੈ। ਕਹਿੰਦੇ ਮੇਰੀ ਗੱਲ ਸੁਣੋ, ਲੋਕ ਸਭਾ ਦੇ ਵਿੱਚ ਤਾਂ ਉਹ ਬਿੱਲ ਵੈਸੇ ਕਲੀਅਰ ਹੋ ਜਾਣਾ ਹੈ। ਇੱਕ MP ਤੁਹਾਡੇ ਕੋਲ ਨਵਜੋਤ ਜੀ ਸਾਰਾ ਦੇਸ਼ ਆ ਦੇਖੋ, ਇਹਨਾਂ ਨੂੰ ਪਤਾ ਹੀ ਨਹੀਂ ਜਿਹੜੀ ਚੀਜ਼ ਦਾ। ਹੁਣ ਤੁਸੀਂ ਦੱਸੋ, ਇਹਨਾਂ ਨੂੰ ਕੋਈ ਇਹ ਦੱਸਣ ਵਾਲਾ ਬਣੇ ਕਿ ਮੁੱਦਾ ਜਿਹੜਾ ਉਹ ਆਰਡੀਨੈਂਸ ਦਾ ਮੁੱਦਾ ਹੈ ਲੋਕ ਸਭਾ ਦੇ ਵਿੱਚ ਕਲੀਅਰ ਹੋ ਜਾਣਾ ਹੈ, ਅਸੀਂ ਉਹਨੂੰ ਰੋਕਣਾ ਰਾਜ ਸਭਾ 'ਚ। ਰਾਜ ਸਭਾ 'ਚ ਸਾਡੇ 10 MP ਹੈ, ਇਹਨਾਂ ਨੂੰ ਇਹ ਨਹੀਂ ਪਤਾ। ਦੱਸੋ ਮੈਨੂੰ, ਇਹਨਾਂ ਨੂੰ ਦੱਸੋ ਨਵਜੋਤ ਜੀ, ਤੂੰ ਮੈਂ ਗਲਤ ਕਹਿ ਰਿਹਾ ਸਹੀ ਕਹਿ ਰਿਹਾ? ਜਿਹੜਾ ਬਿੱਲ ਹੈ ਨਵਜੋਤ ਜੀ, ਜਿਹੜਾ ਨਹੀਂ, ਇੱਕ ਮਿੰਟ, ਇਹਨਾਂ ਨੂੰ ਇੱਕ ਵਾਰੀ ਜਾਂ ਤਾਂ ਮੈਨੂੰ ਕਲੀਅਰ ਕਰਨ ਦਿਓ, ਕਿਉਂਕਿ ਦੇਖੋ ਇਹਨਾਂ ਨੂੰ ਪਤਾ ਹੈ ਗਲਤ ਨੇ, ਤਾਂ ਕਰਕੇ ਵਿੱਚ ਬੋਲਣਾ ਨਹੀਂ ਰੁਕ ਰਹੇ। ਖੜਿਆਲ ਸਾਹਿਬ ਉਹ ਕਹਿ ਰਹੇ ਆ ਵੀ ਤੁਸੀਂ ਗਲਤ ਹੋ ਇਸ ਵਿਸ਼ੇ ਦੇ ਉੱਤੇ। ਮੈਂ ਸਿੱਧੀ ਜੀ ਗੱਲ ਦੱਸ ਰਿਹਾ ਕਿ ਲੋਕ ਸਭਾ ਦੇ ਵਿੱਚ ਲੋਕ ਸਭਾ, ਇਹਨਾਂ ਨੂੰ ਪਤਾ ਹੀ ਨਹੀਂ ਜਿਹੜੀ ਚੀਜ਼ ਦੀ ਨੌਲੇਜ। ਲੋਕ ਸਭਾ ਦੇ ਵਿੱਚ ਉਹ ਬਿੱਲ ਵੈਸੇ ਪਾਸ ਹੋ ਜਾਣਾ, ਅਸੀਂ ਰਾਜ ਸਭਾ ਵਾਸਤੇ ਕਰ ਰਹੇ ਹਾਂ, ਇਹਨਾਂ ਨੂੰ ਇਹੀ ਨਹੀਂ ਪਤਾ। ਹੁਣ ਤੁਸੀਂ ਦੱਸੋ, ਇਹਨਾਂ ਨੂੰ ਪਤਾ ਹੈ? ਤੁਸੀਂ ਮੈਨੂੰ ਦੱਸ ਦਿਓ ਨਵਜੋਤ ਜੀ। ਚਲੋ ਇੱਕ ਅਖੀਰ ਦੇ ਵਿੱਚ ਡਾਕਟਰ ਸਾਹਿਬ ਦੀ ਪ੍ਰਕਿਰਿਆ ਇੱਕ ਸਿੰਪਲ ਜੀ ਗੱਲ ਹੈ, ਉਹ ਜਿਹੜਾ ਬਿੱਲ ਆਰਡੀਨੈਂਸ ਦਾ ਉਹ ਲੋਕ ਸਭਾ ਦੇ ਵਿੱਚ ਕਲੀਅਰ ਹੋਣਾ ਹੈ, ਅਸੀਂ ਉਹਨੂੰ ਰਾਜ ਸਭਾ 'ਚ ਰੋਕਣਾ ਹੈ। ਹੁਣ ਇਹਨਾਂ ਨੂੰ ਇਹੀ ਨਹੀਂ ਪਤਾ BJP ਕਾਮਯਾਬ ਹੋ ਰਹੀ ਹੈ ਇਸ ਦਾ ਮਤਲਬ? ਇਹਨਾਂ ਨੂੰ ਸਰ ਜਿਹੜੀ ਇਹਨਾਂ ਨੂੰ ਨੌਲੇਜ ਹੀ ਨਹੀਂ ਪਤਾ, ਲੋਕ ਸਭਾ ਦੇ ਵਿੱਚ ਉਹ ਬਿੱਲ ਕਲੀਅਰ ਹੋਣਾ, ਅਸੀਂ ਰਾਜ ਸਭਾ ਵਾਸਤੇ ਕਰ ਰਹੇ ਹਾਂ। 10 ਮੈਂਬਰ ਰਾਜ ਸਭਾ ਦੇ ਹੈਗੇ ਸਾਡੇ ਕੋਲ, 10। ਹੁਣ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿਸੇ ਇੱਕ ਲੋਕ ਸਭਾ ਦਾ ਇੱਕ। ਚਲੋ ਡਾਕਟਰ ਸਾਹਿਬ ਦੀ ਮੈਂ ਤਾਂ ਹੀ ਕਿਹਾ ਕਿ ਪੋਲੀਟੀਕਲ ਮੈਚੁਰਿਟੀ ਹੋਣੀ ਚਾਹੀਦੀ ਹੈ ਇਹਦੇ ਮੁੱਦੇ ਦੇ ਉੱਪਰ। ਨਵੇਂ ਵਕਤ ਆ ਕੇ ਜਿਹੜੇ ਦੂਜੀ ਤੀਜੀ ਵਾਰੀ ਡਿਬੇਟ ਕਰਦੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਵੀ ਜੇ 2 ਕਨਸਟੀਟਿਊਸ਼ਨ ਦੀ ਸੁਪਰੀਮ ਕੋਰਟ ਜਜਮੈਂਟ ਤੁਹਾਡੇ ਹੁਣ ਕਨਸਟੀਟਿਊਸ਼ਨ ਬੈਂਚ ਦੀਆਂ ਫੇਵਰ ਤੇ ਤੁਸੀਂ ਕੋਰਟ ਜਾ ਸਕਦੇ ਹੋ। ਕੰਡੈਮ ਉਹਦੇ ਲੀਡਰਸ ਕਹਿ ਰਹੇ ਆ, ਉਹਦੇ ਬਾਅਦ ਤੁਸੀਂ ਜਾ ਪਤਾ ਨਹੀਂ ਕਿਹੜੇ ਲੀਡਰ ਕਹਿ ਰਹੇ ਆ, ਜਿਹੜੀ ਮਰਜ਼ੀ ਜਿੱਥੇ ਮਰਜ਼ੀ ਗੱਲ ਛੱਡ ਦਿੰਦੇ ਆ। ਦੇਖੋ ਮੇਰੀ ਗੱਲ ਸੁਣੋ, RDF ਦੇ ਉੱਪਰ ਕੰਮ ਹੋਇਆ, BBMP ਦੇ ਉੱਪਰ ਕੰਮ ਹੋਇਆ, ਇਹਨਾਂ ਦੀ ਨੌਲੇਜ ਹੀ ਨਹੀਂ ਹੈ।
ਜਦੋਂ ਇਹਨਾਂ ਦੀ ਨੌਲੇਜ ਦੇ ਵਿੱਚ ਨਹੀਂ ਹੈ, ਫਿਰ ਇਹ ਕਿਵੇਂ ਬਾਰ-ਬਾਰ ਇਹ ਗੱਲਾਂ ਕਹਿ ਰਹੇ ਆ? ਕਦੇ ਕਹਿ ਦੇਣਗੇ ਕੰਟੈਂਪਟ ਪਾ ਦਿਓ, ਇਹ ਪਾ ਦਿਓ। ਸਰ ਜੀ ਤੁਸੀਂ ਆਪਣੀ ਲੀਗਲ ਐਡਵਾਈਸ ਜਾ ਕੇ ਰਾਹੁਲ ਗਾਂਧੀ ਜੀ ਨੂੰ ਦਿਓ। ਚਲੋ ਮੈਂ ਅਖੀਰ ਦੇ ਵਿੱਚ ਡਾਕਟਰ ਅਮਰਜੀਤ ਸਾਹਿਬ ਤੋਂ ਪੁੱਛਣਾ ਚਾਹਨਾ, ਅਮਰਜੀਤ ਜੀ ਇਹ ਏਕਾ ਕਿੰਨੀ ਕੁ ਦੇਰ ਦੀ ਏਕਤਾ ਦੇ ਵਿੱਚ ਰਹਿ ਸਕੇਗਾ? ਦੇਖੋ ਇਹ ਤੁਹਾਡੇ ਸਾਹਮਣੇ ਹੀ ਆ। ਮੈਂ ਕੱਲ ਦੀ ਮੀਟਿੰਗ ਤੋਂ ਹੁਣ ਤੱਕ ਜੋ ਕੁਝ ਸਾਹਮਣੇ ਆ ਰਿਹਾ, ਬੜਾ ਸਾਹਮਣੇ ਆ ਰਿਹਾ। ਔਰ ਏਕਤਾ ਨਾਲ ਲੜਨਾ ਤੇ ਕੀ ਗੱਲ, ਇਹ ਤਾਂ ਜੀ ਨਾਲ ਬੈਠ ਵੀ ਨਹੀਂ ਪਾ ਰਹੇ ਸਹੀ ਤਰ੍ਹਾਂ। ਔਰ ਜਿਹੜੀਆਂ ਗੱਲਾਂ ਇਹ ਗੱਲਾਂ ਕਰ ਰਹੇ ਨੇ, ਮੈਂ ਕਹੂੰਗਾ ਅਰੋੜਾ ਸਾਹਿਬ ਨੇ ਜਿਹੜੀ ਗੱਲ ਕੀਤੀ, ਪਹਿਲਾਂ ਤਾਂ ਮੈਂ ਕਹਿਣੀ ਚਾਹਾਂ ਅਰੋੜਾ ਸਾਹਿਬ 95 ਦੀ, ਮੈਂ ਹੁਣ ਪੈਰਾ 95 ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਆ, ਮੈਂ 14 ਸੀ ਮੇਰੇ ਕੋਲ ਆ ਜਾਵੇ, ਅੱਜ ਵਿਸ਼ਾ ਨਹੀਂ ਸੀਗਾ ਤਾਂ ਮੈਂ ਲੈ ਕੇ ਨਹੀਂ ਆ ਸਕਿਆ, ਪਰ ਆਈ ਪ੍ਰੋਮਿਸ ਕਿ ਤੁਹਾਨੂੰ ਮੈਂ ਜਲਦੀ ਟਵਿੱਟਰ ਕਰੂੰਗਾ ਚੈਨਲ ਨੂੰ ਤੇ ਤੁਹਾਨੂੰ ਹੈਸ਼ਟੈਗ ਕਰਕੇ। ਸੋ ਇਸ ਕਰਕੇ ਕੋਈ ਝੂਠ ਨਹੀਂ ਹੈ, ਮੇਰੇ ਕੋਲ ਉਹਦਾ 95 ਪੈਰਾ ਪਿਆ ਹੈ। ਦੂਸਰੀ ਗੱਲ ਜਿਹੜੀ ਤੁਸੀਂ ਬਾਰ-ਬਾਰ ਆਰਡੀਨੈਂਸ ਦੀ ਗੱਲ ਕਰਦੇ ਹੋ, ਸਟੇਟ ਦੇ ਵਿੱਚ ਗਵਰਨਰ ਕੰਮ ਨਹੀਂ ਕਰਨ ਦਿੰਦੇ, ਸਟੇਟਾਂ ਦੇ ਵਿੱਚ ਗਵਰਨਰ ਪਰੇਸ਼ਾਨ ਕਰ ਰਹੇ ਨੇ। ਪਹਿਲਾਂ ਮੈਨੂੰ ਦੱਸੋ, ਤੁਸੀਂ ਜਿੱਥੇ ਵੀ ਜਾਂਦੇ ਹੋ ਦੇਸ਼ ਭਰ ਦੇ ਵਿੱਚ ਦਿੱਲੀ ਮਾਡਲ ਦੀ ਗੱਲ ਕਰਦੇ ਹੋ, ਦਿੱਲੀ ਦਾ ਐਜੂਕੇਸ਼ਨ ਮਾਡਲ ਬਹੁਤ ਅੱਛਾ ਹੈ, ਦਿੱਲੀ ਦਾ ਜਿਹੜਾ ਹੈਲਥ ਮਾਡਲ ਬਹੁਤ ਅੱਛਾ ਹੈ, ਦਿੱਲੀ ਦਾ ਵਾਟਰ ਸਪਲਾਈ ਸਿਸਟਮ ਬਹੁਤ ਅੱਛਾ ਹੈ, ਤਾਂ ਕੀ ਉਹ ਗਵਰਨਰ ਤੋਂ ਬਿਨਾਂ ਹੋ ਗਏ? ਕੀ ਉਹ ਗਵਰਨਰ ਦਾ ਉਹਦੇ ਚ ਯੋਗਦਾਨ? ਤੁਸੀਂ ਉਹਦੇ ਗਵਰਨਰ ਦਾ ਯੋਗਦਾਨ ਮੰਨ ਰਹੇ ਹੋ? ਪਾਸ ਨਹੀਂ ਕਿਤੇ ਨਹੀਂ ਪਾਸ ਨਹੀਂ ਹੋਏ ਤੁਹਾਡੇ ਬਜਟ ਸੈਸ਼ਨ। ਬਹੁਤ ਆਸਾਨ ਕੀਤਾ ਡਾਕਟਰ ਸਾਹਿਬ, ਪਾਸ ਮੋਹਰ ਲਗਾ ਕੇ ਐਂਡ ਚ ਬਹੁਤ ਸਾਨੂੰ ਇਹ ਪਤਾ ਗਰਾਊਂਡ। ਚਲੋ ਡਾਕਟਰ ਸਾਹਿਬ ਜਿਹੜੀਆਂ ਇਹ ਚਲੋ ਪਹਿਲੀ ਗੱਲ ਤਾਂ ਡਾਕਟਰ ਸਾਹਿਬ ਮੈਂ ਧੰਨਵਾਦੀ ਆ ਤੁਹਾਡਾ, ਮੈਂ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਇਹ ਗੱਲ ਮੰਨਦੇ ਹੋ ਕਿ ਦਿੱਲੀ ਤੇ ਇਹਨਾਂ ਮੁੱਦਿਆਂ ਤੇ ਕੰਮ ਹੋ ਰਿਹਾ। ਬਹੁਤ ਬਹੁਤ ਧੰਨਵਾਦ ਇਸ ਚੀਜ਼ ਦਾ। ਗੱਲ ਇਹ ਹੈ, ਮੇਰੇ ਸਵਾਲ ਦਾ ਜਵਾਬ ਦੇ ਦਿਓ। ਕੰਮ ਨਹੀਂ ਕਰਦਾ ਤੁਸੀਂ, ਸਿਰਫ ਰੌਲਾ ਪਾਉਂਦੇ ਹੋ। ਚਲੋ ਹੁਣ ਕੰਮ ਨਹੀਂ ਕਰਦੇ, ਫਿਰ ਗਵਰਨਰ ਨੂੰ ਕਹਦਾ ਤੁਸੀਂ ਦੇ ਰਹੇ ਸੀ ਕ੍ਰੈਡਿਟ। ਡਾਕਟਰ ਸਾਹਿਬ ਇਹਨਾਂ ਦਾ ਮਾਡਲ ਤਾਂ ਫੇਲ ਹੋ ਗਿਆ, ਬੀਜੇਪੀ ਕਿਹੜਾ ਮਾਡਲ ਲੈ ਕੇ ਜਾਏਗੀ? ਬੀਜੇਪੀ ਕਿਹੜੇ ਮਾਡਲ ਦੀ ਗੱਲ ਕਰੇਗੀ? ਦੇਖੋ ਜੀ ਬੀਜੇਪੀ ਦਾ ਬਹੁਤ ਸਪਸ਼ਟ ਹੈ, ਦੇਸ਼ ਦਾ ਵਿਕਾਸ, ਦੇਸ਼ ਦੀ ਤਰੱਕੀ, ਸਬਕਾ ਸਾਥ ਸਬਕਾ ਵਿਕਾਸ, ਔਰ ਪੂਰੀ ਤਰ੍ਹਾਂ ਹੋ ਰਿਹਾ। ਉਹ ਤਰੱਕੀ ਨੂੰ ਕਿਹੜੇ ਇੰਫਰਾਸਟ੍ਰਕਚਰ ਆ ਰਿਹਾ ਹੈ, ਉਹ ਤਰੱਕੀ ਨੂੰ ਕਿਸ ਪੈਮਾਨੇ ਤੇ ਮਿਣ ਕੇ ਉਹ ਲੋਕਾਂ ਦੇ ਵਿੱਚ ਦੱਸੋਗੇ, ਕਿਵੇਂ ਉਹਨਾਂ ਨੂੰ ਐਲੈਬੋਰੇਟ ਕਰੋਗੇ? ਦੇਖੋ ਲੋਕ ਬਹੁਤ ਸੂਝਵਾਨ ਨੇ, ਜਿਹੜੀ ਜਨਤਾ ਜਨਾਰਦਨ ਹੈ, ਹਰ ਇੱਕ ਚੀਜ਼ ਜਨਤਾ ਦੇ ਸਾਹਮਣੇ ਹੈ। ਅੱਜ ਮੋਦੀ ਜੀ ਇੱਕ ਸਟਰੋਂਗ ਲੀਡਰ ਹੈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਹੁਤ ਕਾਬਿਲ ਸਰਕਾਰ ਹੈ। ਥੋੜੇ ਮਹੀਨੇ ਪਹਿਲਾਂ ਜਦੋਂ ਇਹੀ ਆਪੋਜੀਸ਼ਨ ਰੌਲਾ ਪਾ ਰਹੀਆਂ ਸੀ ਕਿ ਟੈਸਲਾ ਨੇ ਦੇਸ਼ 'ਚ ਆਉਣ ਤੋਂ ਮਨਾ ਕਰਤਾ, ਕੱਲ ਦੇਖ ਲਓ ਟੈਸਲਾ ਆ ਰਹੀ ਹੈ ਦੇਸ਼ ਦੇ ਵਿੱਚ। ਔਰ ਇਸ ਤਰ੍ਹਾਂ ਕਈ ਐਸੀਆਂ ਪ੍ਰਾਈਵੇਟ ਕੰਪਨੀਆਂ ਨੇ ਦੇਸ਼ ਦੇ ਵਿੱਚ, ਹੈਲੀਕਾਪਟਰ ਦੇ ਇੰਜਨ ਬਣਨੇ ਸ਼ੁਰੂ ਹੋ ਗਏ ਨੇ ਦੇਸ਼ ਦੇ ਵਿੱਚ, ਜਿਹੜੇ 에ਅਰ ਫਾਈਟਰਸ ਪਲੇਨਸ ਨੇ ਉਹਨਾਂ ਦੇ ਇੰਜਨ ਬਣਨੇ ਸ਼ੁਰੂ ਹੋ ਗਏ ਨੇ। ਕੌਣ ਬਣਾ ਰਿਹਾ ਡਾਕਟਰ ਸਾਹਿਬ ਕੌਣ ਬਣਾ ਰਿਹਾ? ਗਵਰਨਮੈਂਟ ਬਣਾ ਰਹੀ ਹੈ ਜਾਂ ਕਿ ਪ੍ਰਾਈਵੇਟ ਬੰਦੇ ਨੂੰ ਦਿੱਤੇ ਗਏ ਠੇਕੇ ਇਹਨਾਂ ਦੇ? ਇਹ ਕੋਲੈਬੋਰੇਸ਼ਨ ਹੈ ਜੀ, ਇਹ ਦੋ ਦੇਸ਼ਾਂ ਦੇ ਵਿੱਚ ਸੁਪਰਵਿਜ਼ਨ ਦੇ ਅੰਡਰ ਕੋਲੈਬੋਰੇਸ਼ਨ ਹੁੰਦੀ ਹੈ। ਕਾਂਗਰਸ ਦੇ ਟਾਈਮ ਤੇ ਤਾਂ ਇਹ ਵੀ ਹੈ ਨਹੀਂ ਸੀ, ਅੱਜ ਦੇਸ਼ ਦੇ ਵਿੱਚ ਆ ਗਿਆ ਨਾ। ਇੰਡੀਆ ਦੇ ਵਿੱਚ ਵੀ ਜਿਹੜਾ ਹੋ ਰਿਹਾ ਸਮਝੌਤਾ, ਉਹ ਗਵਰਨਮੈਂਟ ਔਰ ਪ੍ਰਾਈਵੇਟ ਕੋਲੈਬੋਰੇਸ਼ਨ ਦੇ ਨਾਲ ਹੋ ਰਿਹਾ। ਡਾਕਟਰ ਸਾਹਿਬ ਬੇਲ ਦਾ, ਰੇਲ ਦਾ, ਪਲੇਨ ਦਾ, ਇਹ ਸਾਰਿਆਂ ਅਦਾਰਿਆਂ ਦਾ ਹਿਸਾਬ ਕਿਤਾਬ ਤਾਂ ਦੇਣਾ ਪਊਗਾ, ਲੋਕ ਜਵਾਬ ਤਾਂ ਮੰਗਣਗੇ। ਅੱਜ ਸਾਰੇ ਦਾਇਰੇ ਬਹੁਤ ਅੱਛੇ ਚੱਲ ਰਹੇ, ਸਾਰੇ ਦਾਇਰੇ ਬਹੁਤ ਅੱਛੇ ਚੱਲ ਰਹੇ, ਸਾਰੇ ਦਾਇਰਿਆਂ ਦੇ ਬਹੁਤ ਅੱਛੀ ਵਰਕਿੰਗ ਦੀ ਕੰਡੀਸ਼ਨ। ਕੌਣ ਚਲਾ ਰਿਹਾ ਉਹਨਾਂ ਨੂੰ? ਰੇਲ ਦੇ ਵਿੱਚ ਦੇਸ਼ ਚਲਾ ਰਿਹਾ, ਦੇਸ਼ ਦੀ ਸੁਪਰਵਿਜ਼ਨ ਦੇ ਵਿੱਚ ਚੱਲ ਰਿਹਾ, ਭਾਰਤ ਸਰਕਾਰ ਦੀ ਸੁਪਰਵਿਜ਼ਨ ਦੇ ਵਿੱਚ ਚੱਲ ਰਹੇ ਨੇ। ਕਿਉਂ ਨਹੀਂ ਚੱਲ ਰਹੇ? ਦੇ ਵਿੱਚ ਚੱਲ ਰਿਹਾ, ਔਰ ਦੇਸ਼ ਸਰਕਾਰ ਦੀ ਸੁਪਰਵਿਜ਼ਨ ਦੇ ਵਿੱਚ ਚੱਲ ਰਹੇ ਨੇ। ਕੁਝ ਸਰਕਾਰ ਚਲਾ ਰਹੀ, ਕੁਝ ਕੋਲੈਬੋਰੇਸ਼ਨ ਦੇ ਵਿੱਚ ਚਲਾ ਰਹੀ ਹੈ। ਠੀਕ ਹੈ ਜੀ, ਚਲੋ ਠੀਕ ਹੈ। ਹਾਲੇ ਤਾਂ ਮੈਨੂੰ ਲੱਗਦਾ ਕਿ ਸਾਹਿਬ ਇੱਕ ਲਾਸਟ ਜੀ ਇੱਕ ਲਾਸਟ ਟਾਈਮ ਜੀ ਇੱਥੇ ਅੱਜ ਇੱਕ ਗੱਲ ਸਪਸ਼ਟ ਹੋ ਗਈ ਸਾਰੀ ਬਾਤ ਕਿ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਸਾਡੇ ਤੇ ਦੋਸ਼ ਲਾਉਂਦੀ ਸੀ, ਸਾਨੂੰ ਅਕਿਊਜ਼ ਕਰਦੀ ਸੀ ਬਹੁਤ ਚੀਜ਼ਾਂ ਲਈ। ਅੱਜ ਸਾਡੇ ਤੋਂ ਸਮਰਥਨ ਮੰਗਣਾ ਪੈ ਰਿਹਾ ਨਾ। ਤੁਹਾਡੇ ਤੋਂ ਸਮਰਥਨ ਨਹੀਂ ਹੈ ਸਰ, ਸਾਨੂੰ ਸੱਦਾ ਆਇਆ ਉੱਥੇ ਸੱਦਾ ਆਇਆ ਤੁਹਾਨੂੰ ਵੀ ਸਾਨੂੰ ਵੀ, ਤੇ ਉੱਥੇ ਤੁਹਾਡੇ ਜਿਹੜੇ ਪ੍ਰਧਾਨ ਨੇ ਉਹ ਚੁੱਪ ਕਰਕੇ ਆਪਣੀ ਰਣਨੀਤੀ ਕੈਲਕੂਲੇਟ ਕਰ ਰਹੇ ਆ। ਠੀਕ ਹੈ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਇਹ ਸਿਰਫ ਤੇ ਸਿਰਫ ਪੂਰੇ ਦੇਸ਼ ਕਾਂਗਰਸ ਸਿਰਫ ਤਿੰਨ ਸਟੇਟ ਦੇ ਵਿੱਚ ਹੈ ਬਹੁਮਤ ਦੇ ਨਾਲ, ਐਂਡ ਬੀਜੇਪੀ 4 ਚ, ਆਮ ਆਦਮੀ ਪਾਰਟੀ 2 ਚ ਹੈ, ਬਹੁਤ ਇੱਕ ਪਾਰਟੀ ਹੈ ਜਿਹੜੀ ਇੱਕ ਤੋਂ ਉੱਪਰ, ਇਹਨਾਂ ਦੋਨਾਂ ਨੂੰ ਛੱਡ ਕੇ ਹੈ। ਅਸੀਂ 2 ਸਟੇਟ ਦੇ ਵਿੱਚ ਬਹੁਮਤ ਤੇ ਹਾਂ, ਕਾਂਗਰਸ 3 ਚ ਹੈ ਐਂਡ ਬੀਜੇਪੀ 4 ਚ। ਜੇ ਇਹ ਸੋਚਦੇ ਹੈ ਇਹ ਗੱਲਾਂ ਨਾ, ਮੈਂ ਤੁਹਾਨੂੰ ਦੱਸਦਾ ਜਦੋਂ ਇਹਨਾਂ ਦੀ 77 ਸੀਟਾਂ ਸੀਗੀਆਂ ਨਾ, ਇਹ ਬੜੀਆਂ ਇਹ ਗੱਲਾਂ ਕਰਦੇ ਸੀਗੇ
ਇਹ ਕਹਿੰਦੇ ਸੀਗੇ ਆਮ ਆਦਮੀ ਪਾਰਟੀ ਖਤਮ ਹੈ, ਐਵੇਂ ਤੇ ਸ਼ੀਲਾ ਦੀਕਸ਼ਿਤ ਤੱਕ ਕਹਿੰਦੇ ਸੀ ਅਰਵਿੰਦ ਕੇਜਰੀਵਾਲ ਨੂੰ। ਕੌਣ ਅਰਵਿੰਦ ਕੇਜਰੀਵਾਲ, ਕੌਣ ਆਮ ਆਦਮੀ ਪਾਰਟੀ? ਕਿਵੇਂ ਜਾਣਾ ਪਿਆ ਉਹਨੂੰ ਨਾ, ਕਿਵੇਂ ਲੋਕਾਂ ਨੇ ਰੁਖਸਤ ਕੀਤਾ, ਐਵੇਂ ਬਾਹਰ ਕੱਢਿਆ, ਐਂਡ ਉਦਾਂ ਹੀ ਰੁਖਸਤ ਇਹਨਾਂ ਨੂੰ ਪੰਜਾਬ ਦੀ ਸਿਆਸਤ ਚੋਂ ਲੋਕਾਂ ਨੇ ਕੀਤਾ। ਆਕੜ ਜਿਹੜੀ ਈਗੋ ਹੈ ਨਾ, ਈਗੋ ਜਨਤਾ ਬਾਹਰ ਕੱਢ ਹੀ ਦਿੰਦੀ ਹੈ। ਇਹਨਾਂ ਦੀ 70 ਸੀਟਾਂ ਤੋਂ 17 ਸੀਟਾਂ ਤੇ ਰਹਿ ਗਏ, 70 ਸੀਟਾਂ ਤੋਂ 17 ਸੀਟਾਂ ਤੇ 60 ਸੀਟਾਂ ਥੱਲੇ ਆ ਗਏ ਲੋਕ। ਇਹਨਾਂ ਰਵਈਆ, ਇਹ ਧਨਾਟਾ ਦੀ ਪਾਰਟੀ ਨੂੰ ਲੋਕਾਂ ਨੇ ਬਾਹਰ ਕੱਢਿਆ। ਜਿਹੜੇ ਹੁਣ ਵੀ 17 ਹੈ ਨਾ, ਅਗਲੀ ਵਾਰੀ 7 ਵੀ ਨਹੀਂ ਰਹਿਣੀ ਆ। ਮੈਂ ਚਾਹੁੰਦਾ ਕਿ ਜਿਹੜੀ ਥੋੜੀ ਬਹੁਤੀ ਏਕਤਾ ਤੁਸੀਂ ਲੈ ਕੇ ਆਏ ਹੋ, ਉਸ ਏਕੇ ਨੂੰ ਕਿਉਂ ਇਸ ਤਰੀਕੇ ਨਾਲ ਖੇਰੂ ਕਰ ਰਹੇ ਹੋ? 14 ਪਾਰਟੀਆਂ ਧਾਲੀਵਾਲ ਸਾਹਿਬ, ਮੈਂ ਉਹੀ ਕਿਹਾ ਕਿ ਪੋਲੀਟੀਕਲ ਮੈਚੁਰਿਟੀ ਵਾਲੀ ਡਿਬੇਟ ਹੈ, ਪੋਲੀਟੀਕਲ ਮੈਚੁਰਿਟੀ ਵਾਲੀ। ਪੋਲੀਟੀਕਲ ਮੈਚੁਰਿਟੀ ਦੇ ਵਿੱਚ ਬੰਦੇ ਨੂੰ ਆਪਣੀ ਪਾਰਟੀ ਇਹਦੇ ਵਿੱਚ ਇੱਕ ਗੱਲ ਹੋਰ ਵੀ ਦੇਖਣ ਵਾਲੀ ਪਏਗੀ, ਜਿਹੜੀਆਂ ਜਿਹੜੀਆਂ ਸੂਬਾਈ ਇਕਾਈਆਂ ਨੇ, ਜਿਹੜੀ ਸੈਂਟਰਲ ਲੀਡਰਸ਼ਿਪ ਹੈ ਪਾਰਟੀਆਂ ਦੀ, ਉਹ ਕਿੰਨਾ ਕੁ ਗੌਲਦੀ ਹੈ, ਇਸ ਉੱਤੇ ਵੀ ਮੈਂ ਇੱਕ ਚਰਚਾ ਹੋਰ ਕਰਾਂਗੇ। ਬਹਿਰਹਾਲ ਚਰਚਾ ਨੂੰ ਵਿਰਾਮ ਇੱਥੇ ਲਾਉਂਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਤੁਸੀਂ ਆਏ, ਜੁੜੇ, ਸਮਾਂ ਕੱਢਿਆ। ਸਤਿ ਸ਼੍ਰੀ ਅਕਾਲ ਜੀ। ਸੋ ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।